ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਨੌਜਵਾਨੋ, ਵੀਰੋ, ਭੈਣੋ, ਬੱਚਿਓ, ਜਿਹੜੇ ਵੀ ਇਸ ਪ੍ਰੋਗਰਾਮ ਨੂੰ ਇੰਨਾ ਪਿਆਰ ਕਰਦੇ ਨੇ, ਸਵਾਲ ਵੀ ਪੁੱਛਦੇ ਨੇ, ਖੁਸ਼ੀ ਵੀ ਮਹਿਸੂਸ ਕਰਦੇ ਨੇ ਕਿ ਉਹਨਾਂ ਨੂੰ ਜਵਾਬ ਦੇਣ ਵਾਸਤੇ ਕੋਈ ਇਹੋ ਜਿਹਾ ਸਾਧਨ ਮਿਲਿਆ ਕਿ ਜਿੱਥੋਂ ਉਹ ਮਨਮਰਜ਼ੀ ਦੇ ਸਵਾਲ ਗੁਰਮਤਿ ਨਾਲ ਸੰਬੰਧਿਤ ਪੁੱਛ ਸਕਦੇ ਨੇ। ਅਤੇ ਇਹ ਸਾਰਾ ਕੁਝ ਤੁਹਾਡੇ ਸਹਿਯੋਗ ਦੇ ਨਾਲ ਚੱਲ ਰਿਹਾ। ਤੁਸੀਂ ਇਹਨਾਂ ਸਵਾਲਾਂ ਜਵਾਬਾਂ ਨੂੰ ਆਪਣੀ ਜ਼ਿੰਦਗੀ 'ਚ ਅਪਣਾਓਗੇ ਅਤੇ ਹੋਰਨਾਂ ਭੈਣ ਭਾਈਆਂ ਨਾਲ ਸਾਂਝੇ ਕਰੋਗੇ। ਇਹਦੇ ਵਿੱਚ ਸਾਡੇ ਨਾਲ ਜੋ ਹੋ ਰਿਹਾ ਵਿਗਾੜ ਪੈਦਾ ਹੋ ਚੁੱਕਿਆ ਹੋਇਆ, ਉਹਦੇ ਵਿੱਚ ਸੁਧਾਰ ਆਉਣ ਦੀ ਸੰਭਾਵਨਾ ਹੈ। ਦਾਸ ਬੜੇ ਲੰਮੇ ਸਮੇਂ ਤੋਂ ਇਸ ਪਾਸੇ ਪੜ੍ਹਨ ਦਾ, ਲਿਖਣ ਦਾ, ਵਿਚਾਰਨ ਦਾ, ਬੋਲਣ ਦਾ, ਸਵਾਲ ਜਵਾਬ ਕਰਨ ਦਾ ਉਦਮ ਕਰਦਾ ਆ ਰਿਹਾ। ਤੁਹਾਡੇ ਤੋਂ ਵੀ ਆਸ ਕਰਦਾ ਕਿ ਤੁਸੀਂ ਵੀ ਕੋਈ ਗੱਲ ਆਪਣੇ ਤੱਕ ਸੀਮਿਤ ਨਹੀਂ ਰੱਖੋਗੇ, ਪਿਆਰ ਭਰੇ ਤਰੀਕੇ ਨਾਲ ਦੂਜਿਆਂ ਤੱਕ ਵੀ ਇਹ ਗੱਲਾਂ ਪਹੁੰਚਾਓਗੇ ਤਾਂ ਕਿ ਸਾਡੇ ਸਮਾਜ ਦਾ ਕੁਝ ਸੁਧਾਰ ਹੋ ਸਕੇ। ਅੱਜ ਸਵਾਲ ਜਵਾਬ ਦਾ ਭਾਗ 25ਵਾਂ ਲੈ ਕੇ ਹਾਜ਼ਰ ਹਾਂ। ਤਤ ਗੁਰਮਤ ਗਿਆਨ ਚੈਨਲ ਤੋਂ ਤੁਸੀਂ ਇਹਨੂੰ ਸੁਣ ਸਕਦੇ ਹੋ ਅਤੇ ਅੱਗੇ ਤੁਸੀਂ ਇਹਨੂੰ ਸ਼ੇਅਰ ਕਰ ਸਕਦੇ ਹੋ। ਹੁਣ ਅੱਜ ਆਪਾਂ 250 ਤੋਂ ਬਾਅਦ ਸ਼ੁਰੂ ਕਰਨ ਲੱਗੇ ਹਾਂ। 250 ਸਵਾਲ ਪਹਿਲਾਂ ਹੋ ਚੁੱਕੇ ਨੇ। ਅੱਜ ਸਵਾਲ ਨੰਬਰ 251 ਡਾਕਟਰ ਵਰਿਆਮ ਸਿੰਘ ਭੇਵਾ ਹਰਿਆਣੇ ਤੋਂ। ਇਹਨਾਂ ਦਾ ਸਵਾਲ ਹੈ ਕਿ ਹੰਸ ਬਿਰਤੀ ਕੀ ਹੈ, ਇਹ ਕਿੱਥੋਂ ਕੰਮ ਆਉਂਦੀ ਹੈ। ਹੰਸ ਬਿਰਤੀ ਅਸਲ ਦੇ ਵਿੱਚ ਹੰਸ ਕੇਵਲ ਕਾਗਜ਼ਾਂ 'ਚ ਜਾਂ ਬੋਲ ਚਾਲ 'ਚ, ਪੁਰਾਤਨ ਪਰੰਪਰਾਵਾਂ 'ਚ ਹੰਸ ਸ਼ਬਦ ਬਹੁਤ ਵਾਰੀ ਵਰਤਿਆ ਗਿਆ, ਗੁਰਬਾਣੀ 'ਚ ਵੀ ਇਹਨੂੰ ਵਰਤਿਆ ਗਿਆ। ਪਰ ਇਹ ਇੱਕ ਜਿਹੜੀ ਵੱਡੀ ਬੱਤਖ ਹੁੰਦੀ ਹੈ ਸਫੇਦ ਰੰਗ ਦੀ, ਡਿਸਕਵਰੀ ਚੈਨਲ ਵਾਲਿਆਂ ਨੇ ਦੱਸਿਆ ਕਿ ਸਵੈਨ ਜਾਂ ਹੰਸ ਉਸੇ ਵੱਡੀ ਬੱਤਖ ਨੂੰ ਕਹਿੰਦੇ ਨੇ। ਉਹ ਲੰਮੀ ਉਡਾਰੀ ਵੀ ਮਾਰ ਸਕਦੀ ਹੈ ਅਤੇ ਸਮੁੰਦਰਾਂ 'ਚ, ਦਰਿਆਵਾਂ 'ਚ, ਵੱਡੇ ਝੀਲਾਂ 'ਚ, ਸਰੋਵਰਾਂ 'ਚ ਵੀ ਉਹ ਰਹਿ ਸਕਦੀ ਹੈ। ਉੱਥੇ ਮਸ਼ਹੂਰ ਇਹ ਕੀਤਾ ਗਿਆ ਕਿ ਇਹ ਜਿਹੜੀ ਵੱਡੀ ਬੱਤਖ ਹੈ ਜਾਂ ਹੰਸ ਹੈ, ਇਹ ਡੱਡੀਆਂ ਮੱਛੀਆਂ ਨਹੀਂ ਖਾਂਦੀ, ਜਦੋਂ ਕਿ ਇਹ ਸੱਚ ਨਹੀਂ ਹੈ। ਉਹ ਖਾਂਦੀ ਜੀਵ ਜੰਤੂ ਹੀ ਹੈ। ਪਰ ਲੋਕਾਂ ਨੂੰ ਸਮਝਾਉਣ ਵਾਸਤੇ ਪੁਰਾਤਨ ਸਮਿਆਂ 'ਚ ਉਹਦੀ ਸੁੰਦਰਤਾ ਵੇਖ ਕੇ ਇਉਂ ਮਹਿਸੂਸ ਕੀਤਾ ਕੁਝ ਸਾਡੇ ਵੱਡੇ ਬਜ਼ੁਰਗਾਂ ਨੇ ਕਿ ਇਹ ਤਾਂ ਇਉਂ ਲੱਗਦਾ ਜਿਵੇਂ ਕਿ ਕੋਈ ਇਹਦੇ ਸਰੀਰ ਨੂੰ ਮੈਲ ਨਹੀਂ ਲੱਗੀ, ਇਹ ਚਿੱਕੜ 'ਚ, ਛੋਟੀਆਂ ਛੱਪੜੀਆਂ 'ਤੇ ਇਹ ਨਹੀਂ ਬਹਿੰਦਾ ਜਿਹੜਾ ਹੰਸ ਹੈ, ਅਤੇ ਇਹ ਤਾਂ ਸਮੁੰਦਰਾਂ 'ਚ, ਦਰਿਆਵਾਂ ਦੇ ਕਿਨਾਰੇ 'ਤੇ, ਵੱਡੀਆਂ ਝੀਲਾਂ ਦੇ ਕਿਨਾਰੇ 'ਤੇ ਹੀ ਇਹ ਜੀਵ ਰਹਿੰਦਾ ਅਤੇ ਇਹਦੇ ਪ੍ਰਤੀ ਸ਼ਰਧਾ ਸਤਿਕਾਰ ਪੈਦਾ ਹੋ ਗਿਆ। ਅਤੇ ਬਗਲਾ ਹੈ ਜਿਹੜਾ, ਉਹ ਨਿੱਕੇ ਨਿੱਕੇ ਛੱਪੜਾਂ 'ਤੇ ਰਹਿੰਦਾ ਅਤੇ ਸਾਰਿਆਂ ਦੇ ਸਾਹਮਣੇ ਉਹ ਡੱਡੀਆਂ ਮੱਛੀਆਂ ਜੋ ਨਿੱਕੀਆਂ ਨਿੱਕੀਆਂ ਉਹਨੂੰ ਜੀਵ ਜੰਤੂ ਮਿਲਦੇ ਨੇ, ਉਹਨਾਂ ਨੂੰ ਖਾਂਦਾ ਰਹਿੰਦਾ ਅਤੇ ਉਹਦੇ ਪ੍ਰਤੀ ਸਾਡੇ ਮਨ 'ਚ ਕੋਈ ਬਹੁਤਾ ਸਤਿਕਾਰ ਨਹੀਂ ਹੈ। ਇਹ ਪੁਰਾਣੀਆਂ ਲਿਖਤਾਂ 'ਚੋਂ ਸਾਨੂੰ ਇਸ ਤਰ੍ਹਾਂ ਮਿਲਦਾ ਹੈ। ਹੁਣ ਹੰਸ ਬਿਰਤੀ ਕੀ ਹੈ। ਹੰਸ ਬਾਰੇ ਇਹ ਮਸ਼ਹੂਰ ਹੈ ਕਿ ਹੰਸ ਕੇਵਲ ਮੋਤੀ ਚੁਗਦਾ, ਬਾਕੀ ਉਹ ਪੱਥਰ ਆਦਿਕ ਨਹੀਂ ਚੁਗਦਾ ਅਤੇ ਜਾਂ ਫਿਰ ਜੀਵ ਜੰਤੂਆਂ ਨੂੰ ਉਹ ਮਾਰ ਕੇ ਨਹੀਂ ਖਾਂਦਾ। ਪਰ ਨਹੀਂ, ਇੱਦਾਂ ਨਹੀਂ ਹੈ। ਉਹ ਇਕੱਲੇ ਹੀਰੇ ਮੋਤੀ ਨਹੀਂ ਚੁਗਦਾ, ਜੀਵ ਜੰਤੂ ਵੀ ਖਾਂਦਾ। ਪਰ ਉਹਦਾ ਇੱਕ ਵਧੀਆ ਗੁਣ ਬਣਾ ਕੇ ਲੋਕਾਂ ਦੇ ਵਿੱਚ ਪੇਸ਼ ਕੀਤਾ ਗਿਆ ਸੀ ਕਿ ਭਾਵ ਤੁਸੀਂ ਚੰਗੇ ਗੁਣਵਾਨ ਬਣੋ, ਚੰਗੀਆਂ ਚੀਜ਼ਾਂ ਸਮਾਜ 'ਚੋਂ ਲਵੋ ਅਤੇ ਮਾੜੀਆਂ ਚੀਜ਼ਾਂ ਨੂੰ ਤਿਆਗ ਦਿਓ। ਉਹਦੀ ਉਦਾਹਰਣ ਸਾਹਮਣੇ ਰੱਖ ਕੇ ਇਹ ਕੰਮ ਕੀਤਾ ਗਿਆ। ਅਤੇ ਬਗਲਾ ਹੈ ਜਿਹੜਾ, ਉਹਦੇ ਬਾਰੇ ਇਹ ਹੋਇਆ ਕਿ ਤੁਸੀਂ ਬਗਲੇ ਵਰਗੇ ਨਾ ਬਣੋ, ਥਾਂ ਥਾਂ 'ਤੇ ਚੁੰਝਾਂ ਮਾਰਦੇ ਨਾ ਫੜੋ, ਚਿੱਕੜ 'ਚ ਆਦਿਕ 'ਚ ਨਾ ਖੁੱਭੋ, ਮਾੜੇ ਕੰਮ ਨਾ ਕਰੋ। ਹੁਣ ਇੱਥੇ ਆਪਾਂ ਦੇਖਦੇ ਹਾਂ ਕਿ ਹੰਸ ਬਿਰਤੀ ਅਸੀਂ ਕਿਵੇਂ ਲਾਗੂ ਕਰਨੀ ਹੈ। ਕੁੱਤੇ ਦੀ ਉਦਾਹਰਣ ਵੀ ਮੌਜੂਦ ਹੈ ਗੁਰਬਾਣੀ 'ਚ ਕਿ ਕੁੱਤਾ ਬਹੁਤ ਵਫਾਦਾਰ ਹੈ, ਗੁਰਬਾਣੀ 'ਚ ਲਿਖਿਆ ਹੋਇਆ। ਇਹ ਵਫਾਦਾਰੀ ਦਾ ਜੋ ਗੁਣ ਹੈ ਆਪਾਂ ਕੁੱਤੇ ਕੋਲੋਂ ਲੈ ਲਈਏ ਕਿ ਆਪਣੇ ਮਾਲਕ ਦੇ, ਆਪਣੇ ਗੁਰੂ ਦੇ ਅਸੀਂ ਵਫਾਦਾਰਤਾ ਬਣੀਏ। ਪਰ ਜਿਹੜੀ ਕੁੱਤੇ ਦੀ ਲਾਲਚ ਦੀ ਬਿਰਤੀ ਹੈ, ਅਸੀਂ ਉਹ ਨਹੀਂ ਲੈਣੀ, ਕਿਉਂਕਿ ਇਹ ਵੀ ਤਾਂ ਹੈਗੀ ਆ ਕੁੱਤੇ ਦੇ ਵਿੱਚ। ਤਾਂ ਇਹ ਸਾਰਾ ਕੁਝ ਸਾਨੂੰ ਗੁਰੂ ਸਾਹਿਬ ਨੇ ਸਿਖਾਉਣ ਵਾਸਤੇ ਢੰਗ ਤਰੀਕੇ ਵਰਤੇ ਨੇ ਕਿ ਭਾਈ ਮਿੱਟੀ ਦੇ ਵਿੱਚ, ਘੱਟੇ ਦੇ ਵਿੱਚ ਬਹੁਤ ਕੁਝ ਰਲਿਆ ਹੋਇਆ ਹੈ। ਸਾਰਾ ਕੁਝ ਲਗਭਗ ਧਰਤੀ ਦੇ ਵਿੱਚ ਹੀ ਮੌਜੂਦ ਹੈ। ਜਿਵੇਂ ਰੇਤ ਦੇ ਵਿੱਚ ਖੰਡ ਰਲ ਗਈ ਹੈ, ਗੁਰਬਾਣੀ 'ਚ ਪੰਕਤੀ ਆਉਂਦੀ ਹੈ ਕਿ ਰੇਤ ਦੇ ਵਿੱਚ ਖੰਡ ਡੁੱਲ ਗਈ, ਡਿੱਗ ਪਈ, ਪਰ ਉਹ ਸਾਤੋਂ ਕੱਢੀ ਨਹੀਂ ਜਾ ਸਕਦੀ, ਚੁਗੀ ਨਹੀਂ ਜਾ ਸਕਦੀ, ਕਿਉਂ ਰੇਤੇ 'ਚ ਰੁਲ ਗਈ ਹੈ ਅਤੇ ਖੰਡ ਬਹੁਤ ਬਰੀਕ ਹੈ। ਉੱਥੇ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਗੁਰ ਭਲੀ ਬੁਝਾਈ, ਚੀਟੀ ਹੋਏ ਕੈ ਖਾਏ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ। ਹੱਥਾਂ ਨਾਲ ਉਹ ਚੁੱਕੀ ਨਹੀਂ ਜਾ ਸਕਦੀ। ਕਈਆਂ ਨੇ ਇੱਥੇ ਸ਼ਬਦ ਹਾਥੀ ਵੀ ਵਰਤਿਆ ਕਿ ਹਾਥੀ ਉਹਨੂੰ ਖੰਡ ਨੂੰ ਨਹੀਂ ਚੁੱਕ ਸਕਦੇ। ਨਹੀਂ, ਹਾਥੀ ਨਹੀਂ ਇੱਥੇ ਸ਼ਬਦ ਆਊਗਾ, ਇੱਥੇ ਹੱਥਾਂ ਨਾਲ,
क्योंकि खंड तो हाथी ਜਿਹੜਾ ਚੁੱਕ नहीं सकता किसी हाल तो बहुत ਵੱਡਾ है तो खंड के दाने बहुत छोटे ने। ਤੇ ਕਬੀਰ ਜੀ ਕਹਿੰਦੇ ਨੇ ਜਿਵੇਂ ਕੀੜੀ ਰੇਤੇ ਦੇ ਵਿੱਚੋਂ ਵੀ ਆਪਣੇ ਲੋੜੀਂਦਾ ਮਿੱਠਾ ਖੰਡ ਦੇ ਦਾਣੇ ਲੱਭ ਲੈਂਦੀ ਹੈ, ਜਿੱਥੇ ਕਿਤੇ ਇਹੋ ਜਿਹੀ ਚੀਜ਼ ਉਹਦੇ ਖਾਣ ਵਾਲੀ ਪਈ ਹੋਵੇ ਉੱਥੇ ਪਹੁੰਚ ਜਾਂਦੀ ਹੈ। ਤੁਸੀਂ ਇਹੋ ਜਿਹੀ ਬਿਰਤੀ ਬਣਾਉਣੀ ਹੈ ਕਿ ਰੇਤ ਦੇ ਵਿੱਚੋਂ ਵੀ ਜਿਵੇਂ ਖੰਡ ਕੀੜੀ ਨੇ ਲੱਭ ਲਈ, ਤੁਸੀਂ ਵੀ ਹਰ ਥਾਂ ਤੋਂ ਗੁਣਾਂ ਨੂੰ, ਚੰਗੀਆਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ 'ਚ ਸਿੱਖ ਕੇ ਅਪਣਾਉਣਾ ਹੈ। ਅਤੇ ਬਹੁਤ ਸਾਰੇ ਜੀਵ ਜੰਤੂਆਂ ਦੀਆਂ ਉਦਾਹਰਨਾਂ ਗੁਰਬਾਣੀ 'ਚ ਦਿੱਤੀਆਂ ਹੋਈਆਂ ਨੇ। ਉਹ ਹੰਸ ਬਿਰਤੀ ਦਾ ਭਾਵ ਹੈ ਕਿ ਤੁਸੀਂ ਉਹਨਾਂ ਤੋਂ ਵੀ ਕੁਝ ਸਿੱਖੋ ਕਿ ਅਸੀਂ ਇਹੋ ਜਿਹੇ ਗੁਣ ਆਪਣੇ ਜੀਵਨ 'ਚ ਧਾਰਨ ਕਰਨੇ ਨੇ। ਜੇ ਕਿਸੇ ਜੀਵ ਦੇ ਵਿੱਚ ਔਗੁਣ ਨੇ ਤਾਂ ਔਗੁਣਾਂ ਨੂੰ ਅਸੀਂ ਤਿਆਗ ਦੇਣਾ। ਅਤੇ ਇਹ ਹੈ ਹਰ ਥਾਂ 'ਤੇ ਲਾਗੂ ਹੁੰਦੀ ਹੈ। ਜਿਵੇਂ ਮਿਸਾਲ ਦੇ ਤੌਰ 'ਤੇ ਧਰਤੀ ਦੇ ਵਿੱਚ ਸੋਨਾ ਪਿਆ ਬਹੁਤ ਥਾਵਾਂ 'ਤੇ, ਖਾਣਾ ਸੋਨੇ ਦੀਆਂ ਨੇ, ਪਰ ਉਹ ਤਾਂ ਮਿੱਟੀ 'ਚ ਰਲਿਆ ਹੋਇਆ, ਉਹਦੀ ਬੜੀ ਬੁਰੀ ਹਾਲਤ ਹੈ। ਅਤੇ ਕਈਆਂ ਅਣਜਾਣ ਬੰਦਿਆਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਵੀ ਇਹ ਸੋਨਾ ਵੀ ਹੋਊਗਾ ਇੱਥੇ। ਪਰ ਵਿਗਿਆਨੀਆਂ ਨੇ ਜਿੱਥੋਂ ਲੱਭ ਲਿਆ ਸੋਨਾ, ਉੱਥੇ ਮਿੱਟੀ ਪੁੱਟੀ, ਪੱਥਰ ਪੁੱਟੇ, ਪਹਾੜ ਹਟਾਏ, ਅਤੇ ਕਈ ਵਾਰੀ ਬਹੁਤ ਮਿਹਨਤ ਕਰਨੀ ਪੈਂਦੀ ਹੈ ਤਾਂ ਵੀ ਕੁਝ ਨਹੀਂ ਮਿਲਦਾ। ਫਿਰ ਹੋਰ ਥਾਂ ਤੋਂ ਪੁੱਟਦੇ ਨੇ। ਅਖੀਰ 'ਚ ਜਿਹੜਾ ਸੋਨਾ ਮਿੱਟੀ 'ਚ ਥੋੜ੍ਹਾ ਬਹੁਤਾ ਰਲਿਆ ਹੁੰਦਾ, ਉਹਨੂੰ ਪਹਿਲਾਂ ਪਾਣੀ ਨਾਲ ਸਾਫ਼ ਕਰਦੇ ਨੇ। ਜਿੰਨਾ ਕੁ ਵਿੱਚੋਂ ਨਿਕਲਿਆ ਆ ਫਿਰ ਉਹਨੂੰ ਪਿਘਲਾਉਂਦੇ ਨੇ, ਗਰਮ ਕਰਦੇ ਨੇ, ਅਤੇ ਜਿਹੜਾ ਹੋਰ ਖੋਟ ਹੈ ਉਹਨੂੰ ਦੂਰ ਕਰਦੇ ਨੇ। ਇਸ ਤਰ੍ਹਾਂ ਸਾਰਾ ਖੋਟ ਕੱਢ ਦਿੰਦੇ ਨੇ ਅਤੇ ਹੰਸ ਬਿਰਤੀ ਬਣਾ ਕੇ ਸੋਨਾ ਚੰਗਾ ਚੰਗਾ ਵਿੱਚੋਂ ਕੱਢ ਲੈਂਦੇ ਨੇ। ਪੱਥਰਾਂ ਦੇ ਵਿੱਚੋਂ ਲੱਭ ਕੇ ਹੌਲੀ ਹੌਲੀ ਖਾਣਾ ਪੁੱਟ ਕੇ ਫਿਰ ਉਹਨੂੰ ਕਿੰਨੇ ਸਾਰੇ ਪੱਥਰ ਪੁੱਟਣ ਤੋਂ, ਵੇਖਣ ਤੋਂ, ਪਰਖਣ ਤੋਂ ਬਾਅਦ ਕੋਈ ਹੀਰਾ ਕਿਤੇ ਲੱਭਦਾ ਅਤੇ ਉਹ ਹੀਰਾ ਸਾਰੀ ਮਿਹਨਤ ਮੋੜ ਦਿੰਦਾ। ਇਸੇ ਤਰ੍ਹਾਂ ਅਸੀਂ ਜ਼ਿੰਦਗੀ ਦੇ ਵਿੱਚ ਹਰ ਥਾਂ ਤੋਂ ਗੁਣ ਹਾਸਲ ਕਰਨੇ ਨੇ, ਚੰਗੀ ਮੱਤ ਹਾਸਲ ਕਰਨੀ ਹੈ। ਬਹੁਤ ਸਾਰੇ ਲੋਕ ਨੇ ਜਿਹਦੇ ਵਿੱਚ ਔਗੁਣ ਵੀ ਹੁੰਦੇ ਨੇ ਪਰ ਇੱਕ ਅੱਧ ਗੁਣ ਵੀ ਹੁੰਦਾ। ਅਸੀਂ ਕੇਵਲ ਉਹਦੇ ਕੋਲੋਂ ਗੁਣ ਲੈਣਾ ਅਤੇ ਔਗੁਣਾਂ ਨੂੰ ਅਸੀਂ ਛੱਡ ਦੇਣਾ। ਇਹਨੂੰ ਹੰਸ ਬਿਰਤੀ ਕਹਿੰਦੇ ਨੇ। ਭਾਵ ਕਿ ਚੰਗੇ ਮਾੜੇ ਦੀ, ਬੁਰੇ ਭਲੇ ਦੀ ਉਹ ਪਰਖ ਕਰਨ ਦੀ ਜਾਂਚ ਆ ਜਾਵੇ। ਜਿਹੜੀ ਸਾਡੇ ਵਾਸਤੇ ਚੰਗੀ ਹੈ, ਸਾਡੇ ਹੱਕ 'ਚ ਜਾਣ ਵਾਲੀ ਹੈ, ਉਹਨੂੰ ਪ੍ਰਵਾਨ ਕਰਨਾ। ਜਿਹੜੀ ਸਾਡੇ ਵਿਰੁੱਧ ਜਾਂਦੀ ਹੈ, ਸਾਡੀ ਜ਼ਿੰਦਗੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਕੋਈ ਚੀਜ਼, ਕੋਈ ਗੱਲਬਾਤ, ਅਤੇ ਉਹ ਸਾਨੂੰ ਤਿਆਗ ਦੇਣੀ ਚਾਹੀਦੀ ਹੈ। ਮਨੁੱਖ ਨੇ ਇਸ ਤਰ੍ਹਾਂ ਦੀ ਹੰਸ ਬਿਰਤੀ ਸਦਾ ਹੀ ਆਪਣੇ ਅੰਦਰ ਧਾਰਨ ਕਰਨੀ ਹੈ ਅਤੇ ਉਹ ਖਰੇ ਖੋਟੇ ਦੀ ਪਛਾਣ ਕਰਨ ਦੇ ਯੋਗ ਹੋ ਜਾਵੇ। ਇਹਦਾ ਮਤਲਬ ਹੈ ਕਿ ਬੰਦੇ ਨੂੰ ਗਿਆਨਵਾਨ, ਅਕਲਵੰਦ ਹੋਣਾ ਜ਼ਰੂਰੀ ਹੈ। ਇਹਦੇ ਤੋਂ ਬਿਨਾਂ ਇਹ ਕੰਮ ਨਹੀਂ ਹੋ ਸਕਣਾ। ਸਵਾਲ ਨੰਬਰ 252 ਭਾਈ ਭਵਨੀਤ ਸਿੰਘ ਦਿੱਲੀ, ਇਹਨਾਂ ਦਾ ਸਵਾਲ ਹੈ। ਗੁਰਬਾਣੀ ਦਾ ਇੱਕ ਸ਼ਲੋਕ ਇਹਨਾਂ ਨੇ ਲਿਖ ਕੇ ਭੇਜਿਆ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1410 ਉੱਤੇ ਸੁਭਾਏਮਾਨ ਹੈ, ਜਿਹਨੂੰ ਅਸੀਂ ਸ਼ਲੋਕ ਵਾਰਾਂ 'ਤੇ ਵਧੀਕ ਕਹਿੰਦੇ ਹਾਂ। ਇਹ ਜਿਹੜਾ ਸ਼ਲੋਕ ਹੈ ਇਹ ਮੈਂ ਪੜ੍ਹ ਕੇ ਸੁਣਾਉਣ ਲੱਗਿਆ। ਪ੍ਰੋਫੈਸਰ ਸਾਹਿਬ ਸਿੰਘ ਨੇ ਜੋ ਅਰਥ ਕੀਤੇ ਨੇ ਮਾਮੂਲੀ ਜੇ ਬਦਲਾਅ ਦੇ ਨਾਲ ਮੈਂ ਤੁਹਾਡੇ ਸਾਹਮਣੇ ਰੱਖਾਂਗਾ, ਕਿਉਂਕਿ ਕਿਤੇ ਕਿਤੇ ਸਾਹਿਬ ਸਿੰਘ ਦੇ ਅਰਥਾਂ ਨੂੰ ਵੀ ਸਾਨੂੰ ਬਦਲਣਾ ਪੈ ਰਿਹਾ ਹੈ। ਉਹ ਸਾਡੀ ਮਜਬੂਰੀ ਬਣ ਗਈ ਹੈ। ਆਪਾਂ ਇਸ ਪਾਸੇ ਜ਼ਰੂਰ ਗਹਿਰਾਈ ਨਾਲ ਧਿਆਨ ਦੇਣਾ। ਉਹ ਤੰਗੀ ਪਾਏ ਓਹਰੀ ਗਹਿਰੀ ਗੰਭੀਰੀ, ਸੱਸੜ ਸੁਈਆ ਕਿਵ ਕਰੀ ਨਿਵਣ ਨਾ ਜਾਏ ਥਣੀ, ਗੱਚ ਜੇ ਲੱਗਾ ਗਿੜਬੜੀ ਸਖੀਏ ਧੌਲ ਹਰੀ, ਸੇ ਵੀ ਢਹਿੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ। ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਹੇ ਉੱਚੇ ਲੰਮੇ ਕੱਦ ਵਾਲੀ ਜੀਵ ਇਸਤਰੀ, ਔਰਤਾਂ ਦਾ ਉਦਾਹਰਣ ਦੇ ਕੇ ਗੱਲ ਸਮਝਾਈ ਗਈ ਹੈ। ਜਿਵੇਂ ਇੱਕ ਸਹੇਲੀ ਦੂਜੀ ਸਹੇਲੀ ਨਾਲ ਗੱਲਾਂ ਕਰਦੀ ਹੈ, ਸਾਹਿਬ ਸਿੰਘ ਨੇ ਜਿਵੇਂ ਕਿ ਅਰਥ ਕੀਤੇ ਨੇ। ਇੱਕ ਸਹੇਲੀ ਦੂਜੀ ਸਹੇਲੀ ਨਾਲ ਗੱਲਾਂ ਕਰਦੀ ਹੈ ਕਿ ਮੇਰੀ ਭਰ ਜਵਾਨੀ ਹੈ ਅਤੇ ਮੇਰੀ ਇੱਜ਼ਤ ਮਾਣ ਦਾ ਸਵਾਲ ਹੈ। ਮੈਂ ਆਪਣੀ ਸੱਸ ਦੇ ਜਾਂ ਹੋਰ ਵੱਡਿਆਂ ਦੇ ਪੈਰਾਂ 'ਤੇ ਨੀਵੀਂ ਹੋ ਕੇ ਮੱਥਾ ਕਿਵੇਂ ਟੇਕਾਂ? ਮੇਰਾ ਜਿਹੜਾ ਮਾਣ ਤਾਣ ਹੈ, ਮੇਰੀ ਇੱਜ਼ਤ ਆਬਰੂ ਹੈ, ਉਹ ਮੈਨੂੰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਦੂਜਿਆਂ ਦੇ ਪੈਰਾਂ 'ਤੇ ਝੁਕਾਂ, ਲੰਮੀ ਪਵਾਂ। ਇੱਥੇ ਸਾਹਿਬ ਸਿੰਘ ਨੇ ਥੋੜ੍ਹੇ ਜਿਹੇ ਹੋਰ ਤਰ੍ਹਾਂ ਅਰਥ ਕੀਤੇ ਨੇ, ਉਹ ਇੱਥੇ ਮੈਂ ਦੁਹਰਾਉਣਾ ਨਹੀਂ ਚਾਹੁੰਦਾ, ਕਿਉਂਕਿ ਸਮਾਜਿਕ ਬਣਤਰ ਦੇ ਹਿਸਾਬ ਨਾਲ ਉਹ ਅਰਥ ਫਿੱਟ ਨਹੀਂ ਬਹਿੰਦੇ। ਅਤੇ ਇੱਥੇ ਉਹ ਲੜਕੀ ਜਦੋਂ ਦੂਜਿਆਂ ਨੂੰ ਦੱਸਦੀ ਹੈ ਕਿ ਮੈਂ ਝੁਕ ਨਹੀਂ ਸਕਦੀ, ਤਾਂ ਉਹਦੀ ਸਾਥਣ ਸਹੇਲੀ ਕਹਿੰਦੀ ਹੈ ਕਿ ਭੈਣੇ ਇੱਦਾਂ ਨਾ ਕਰ, ਨਿਮਰਤਾ ਦੇ ਵਿੱਚ ਰਹਿਣਾ ਚਾਹੀਦਾ, ਹਉਮੈ ਹੰਕਾਰ ਨਹੀਂ ਕਰਨਾ ਚਾਹੀਦਾ। ਭਾਵੇਂ ਤੇਰੇ 'ਤੇ ਕਿੰਨੀ ਜਵਾਨੀ ਹੈ, ਭਾਵੇਂ ਤੇਰਾ ਇੱਜ਼ਤ ਮਾਣ ਨੂੰ ਕਰਵਾਉਣ ਨੂੰ ਦਿਲ ਤਾਂ ਕਰਦਾ, ਪਰ ਉਹ ਵੀ ਤਾਂ ਵੱਡੇ ਨੇ, ਸੱਸ ਸਹੁਰਾ ਮਾਤਾ ਪਿਤਾ ਵਰਗੇ ਨੇ। ਉਹਨਾਂ ਨੂੰ ਨਿਮਰਤਾ ਦੇ ਨਾਲ ਸਤਿਕਾਰ ਦੇਣਾ ਜਾਂ ਉਹਨਾਂ ਪੁਰਾਤਨ ਸਮਿਆਂ ਦੇ ਪ੍ਰਚਲਿਤ ਪਰੰਪਰਾ ਦੇ ਮੁਤਾਬਕ ਗੋਡੀ ਹੱਥ ਲਾਉਣਾ, ਪੈਰੀ ਹੱਥ ਲਾਉਣਾ, ਇਹ ਤਾਂ ਸਾਡਾ ਪਰੰਪਰਾ ਹੈ, ਇਹਨੂੰ ਆਪਾਂ ਨਿਭਾਉਣਾ ਹੈ। ਦੂਜੀ ਸਹੇਲੀ ਇਹ ਮੱਤ ਦਿੰਦੀ ਹੈ। ਹੁਣ ਇੱਥੇ ਹੇ ਉੱਚੇ ਲੰਮੇ ਕੱਦ ਵਾਲੀ
ਮੇਰੀ ਭੈਣ ਤੂੰ ਆਪਣੀ ਜਵਾਨੀ ਦਾ ਮਾਣ ਨਾ ਕਰ, ਤੂੰ ਉਹਨਾਂ ਦਾ ਸਤਿਕਾਰ ਕਰ। ਤੂੰ ਦੇਖ ਕਿ ਵੱਡੇ ਵੱਡੇ ਜਿਹੜੇ ਧੌਲਰ ਨੇ, ਮਹਿਲ ਨੇ, ਕਿਲੇ ਨੇ, ਉਹ ਵੀ ਕਦੇ ਨਾ ਕਦੇ ਢਹਿ ਜਾਂਦੇ ਨੇ। ਇਹ ਜਵਾਨੀ ਵੀ ਆਪਣੀ ਸਦਾ ਨਹੀਂ ਰਹਿਣੀ, ਇਹ ਸੁੰਦਰਤਾ ਸਦਾ ਨਹੀਂ ਰਹਿਣੀ। ਇਹਦਾ ਮਾਣ ਜਾਂ ਹੰਕਾਰ ਨਹੀਂ ਕਰੀਦਾ, ਨਿਮਰਤਾ 'ਚ ਰਹੀਦਾ। ਇਹ ਨਿਮਰਤਾ ਦੇ ਨਾਲ ਬਹੁਤ ਸਾਰਾ ਪਿਆਰ ਮਿਲਦਾ, ਸਤਿਕਾਰ ਮਿਲਦਾ। ਮਨੁੱਖ ਦੇ ਅੰਦਰ ਜੇ ਹਉਮੈ ਹੰਕਾਰ ਆ ਜਾਵੇਗੀ, ਉਹ ਸਮਾਜ ਦੀਆਂ, ਪਰਿਵਾਰ ਦੀਆਂ ਨਜ਼ਰਾਂ ਦੇ ਵਿੱਚ ਡਿੱਗਦਾ ਚਲਾ ਜਾਵੇਗਾ, ਟਕਰਾਓ ਪੈਦਾ ਹੋਵੇਗਾ। ਇਹਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੋਣਾ। ਭਾਵ ਕਿ ਇਸ ਸ਼ਬਦ ਦੇ ਵਿੱਚ ਜੀਵ ਇਸਤਰੀ ਨੂੰ ਹਉਮੈ ਹੰਕਾਰ ਤੋਂ ਰੋਕ ਕੇ ਨਿਮਰਤਾ ਦੇ ਵਿੱਚ ਰਹਿਣ ਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ ਹੈ। ਉਦਾਹਰਣਾਂ ਔਰਤਾਂ ਦੇ ਜੀਵਨ ਨਾਲ ਸੰਬੰਧਿਤ, ਸਰੀਰ ਨਾਲ ਸੰਬੰਧਿਤ ਦਿੱਤੀਆਂ ਗਈਆਂ ਨੇ, ਪਰ ਇਹ ਜਿਹੜੇ ਸ਼ਬਦ ਨੇ ਸਾਡੇ ਸਾਰਿਆਂ ਵਾਸਤੇ ਸਾਂਝੇ ਨੇ। ਅਸੀਂ ਸਾਰੀਆਂ ਜੀਵ ਇਸਤਰੀਆਂ ਨੂੰ ਹਉਮੈ ਹੰਕਾਰ 'ਚੋਂ ਕੱਢਣ ਵਾਸਤੇ ਗੁਰੂ ਸਾਹਿਬ ਨੇ ਬਹੁਤ ਸਾਰੇ ਇਹ ਤੌਰ ਤਰੀਕੇ ਵਰਤੇ ਨੇ। ਇਹਨਾਂ ਨੂੰ ਇਸ ਢੰਗ ਦੇ ਨਾਲ ਲਵਾਂਗੇ ਤਾਂ ਇਹ ਸਾਡੇ ਵਾਸਤੇ ਫਾਇਦੇਮੰਦ ਹੋਵੇਗਾ। ਸਵਾਲ ਨੰਬਰ 253 ਭਾਈ ਰਾਮ ਸਿੰਘ ਰਸੂਲਪੁਰ ਮੱਲਾ ਜ਼ਿਲ੍ਹਾ ਲੁਧਿਆਣਾ ਤੋਂ। ਇਹਨਾਂ ਦਾ ਸਵਾਲ ਹੈ, 12 ਮਾਹ ਮਾਝ ਇਹ ਬਾਣੀ ਮਹੀਨਿਆਂ ਦੀ ਗਿਣਤੀ ਬਾਰੇ ਹੈ ਜਾਂ ਕੁਝ ਹੋਰ ਗੱਲ ਹੈ? ਗੁਰੂ ਪਿਆਰ ਵਾਲਿਓ, ਗੁਰਬਾਣੀ 'ਚ ਬਹੁਤ ਸਾਰੇ ਕਾਵਿਕ ਢੰਗ ਗੁਰੂ ਸਾਹਿਬ ਨੇ, ਭਗਤਾਂ ਨੇ ਅਪਣਾਏ ਹੋਏ ਨੇ। ਕਿਤੇ 52 ਅੱਖਰੀ, ਭਾਵ ਕਿ ਸੰਸਕ੍ਰਿਤ ਦੇ 52 ਅੱਖਰ ਜਿਹੜੇ ਉਹਨਾਂ ਦੇ ਊੜਾ ਆੜਾ ਈੜੀ ਜਿਵੇਂ ਆਪਾਂ ਕਹਿੰਦੇ ਹਾਂ, ਉਸ ਤਰ੍ਹਾਂ ਦੇ ਉਹਨਾਂ ਦੇ 52 ਅੱਖਰਾਂ 'ਤੇ ਆਧਾਰਿਤ ਕਬੀਰ ਜੀ ਨੇ ਵੀ ਆਪਣੀ ਬਾਣੀ ਲਿਖੀ ਹੋਈ ਹੈ। ਅਤੇ ਗੁਰੂ ਸਾਹਿਬ ਨੇ ਵੀ 35 ਅੱਖਰੀ ਲਿਖੀ ਹੋਈ ਹੈ। ਅਤੇ ਜਿਹੜੀ ਪੱਟੀ ਲਿਖੀ ਗੁਰੂ ਨਾਨਕ ਸਾਹਿਬ ਦੀ ਆਪਾਂ ਕਹਿੰਦੇ ਹਾਂ, ਉਹ 35 ਅੱਖਰਾਂ 'ਤੇ ਹੈ। ਇਸੇ ਤਰ੍ਹਾਂ 2 12 ਮਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇੱਕ ਗੁਰੂ ਨਾਨਕ ਸਾਹਿਬ ਦਾ ਹੈ, ਇੱਕ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ ਹੈ। ਅਤੇ ਹੋਰ ਵੀ ਬਹੁਤ ਸਾਰੇ ਤਰੀਕਿਆਂ ਦੇ ਨਾਲ ਗੁਰਬਾਣੀ ਦਾ ਕਾਵਿਕ ਢੰਗ ਗੁਰੂ ਸਾਹਿਬ ਨੇ ਰੌਚਕ ਬਣਾਉਣ ਵਾਸਤੇ ਲਿਖਿਆ ਹੋਇਆ ਹੈ। ਇਹਦਾ ਦਿਨਾਂ ਦੀ ਗਿਣਤੀ ਨਾਲ ਸਿੱਧਾ, ਮਹੀਨਿਆਂ ਦੀ ਗਿਣਤੀ ਨਾਲ ਸਿੱਧਾ ਕੋਈ ਸੰਬੰਧ ਨਹੀਂ ਹੈ, ਬਲਕਿ ਮਹੀਨਿਆਂ ਨੂੰ, ਦਿਨਾਂ ਨੂੰ ਜਿਹੜੇ ਲੋਕ ਚੰਗੇ ਜਾਂ ਮਾੜੇ ਮੰਨਦੇ ਨੇ, ਪੁਰਾਤਨ ਵਹਿਮਾਂ ਭਰਮਾਂ 'ਚ ਪਏ ਹੋਏ ਨੇ, ਉਹਨਾਂ ਨੂੰ ਸਗੋਂ ਰੱਦ ਕੀਤਾ ਗਿਆ ਹੈ। ਭਾਵੇਂ ਕਿ ਸਾਡੇ ਗੁਰਦੁਆਰਿਆਂ 'ਚ ਸੰਗਰਾਂਦਾਂ, ਪੁੰਨਿਆਂ, ਮੱਸਿਆ ਅਤੇ ਹੋਰ ਕਿੰਨੇ ਦਿਨਾਂ ਦੇ ਤਿਉਹਾਰ ਮਨਾਏ ਜਾਂਦੇ ਨੇ। ਉਦੋਂ ਸੰਗਤਾਂ ਦਾ ਇਕੱਠ ਹੁੰਦਾ, ਸਪੈਸ਼ਲ ਤੌਰ 'ਤੇ ਸਮੇਤ ਦਰਬਾਰ ਸਾਹਿਬ ਦੇ 12 ਮਾਹਾਂ ਦਾ ਉਹ ਮਹੀਨਾ ਪੜ੍ਹ ਕੇ ਬਾਰ-ਬਾਰ ਸੁਣਾਇਆ ਜਾਂਦਾ ਅਤੇ ਇੱਕ ਵਾਰੀ ਜਾਂ 2 ਵਾਰੀ ਉਹ ਸਾਰਾ 12 ਮਾਹਾਂ ਵੀ ਪੜ੍ਹ ਕੇ ਸੁਣਾਇਆ ਜਾਂਦਾ ਹੈ। ਹੋਰ ਗੁਰਦੁਆਰਿਆਂ 'ਚ ਵੀ ਇਸੇ ਤਰ੍ਹਾਂ ਪਰੰਪਰਾਵਾਂ ਚੱਲ ਰਹੀਆਂ ਨੇ 12 ਮਾਹਾਂ ਨਾਲ ਸੰਬੰਧਿਤ। ਜਦੋਂ ਕਿ ਗੁਰੂ ਸਾਹਿਬ ਤਾਂ ਕਹਿ ਰਹੇ ਨੇ, ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਉਹ ਸਾਰੇ ਹੀ ਮਹੀਨੇ, ਮਹੂਰਤ, ਦਿਨ ਸਾਰੇ ਹੀ ਚੰਗੇ ਨੇ। ਪ੍ਰਭੂ ਪਰਮਾਤਮਾ ਦੀ ਖੁਸ਼ੀ ਲੈਣ ਵਾਸਤੇ ਚੰਗੇ ਕੰਮ ਕਰੋ, ਚੰਗੇ ਇਨਸਾਨ ਬਣੋ। ਦਿਨ ਤੁਹਾਡੇ ਵਾਸਤੇ ਮਾੜਾ ਕਿਹੜਾ ਹੈ? ਚੰਗਾ ਮਾੜਾ ਦਿਨ ਤਾਂ ਸਾਡੇ ਬਣਾਏ ਹੋਏ ਨੇ। ਜੇ ਇਹ ਦੇਖੋ, ਬੁੱਧਵਾਰ ਦਾ ਦਿਨ ਲੋਕੀ ਕਹਿੰਦੇ ਨੇ ਬੜਾ ਚੰਗਾ ਹੁੰਦਾ। ਕੀ ਬੁੱਧਵਾਰ ਨੂੰ ਐਕਸੀਡੈਂਟ ਨਹੀਂ ਹੁੰਦੇ? ਕੀ ਬੁੱਧਵਾਰ ਨੂੰ ਮੌਤਾਂ ਨਹੀਂ ਹੁੰਦੀਆਂ? ਕੀ ਬਿਮਾਰੀਆਂ ਨਹੀਂ ਆਉਂਦੀਆਂ? ਕੀ ਚੋਰੀਆਂ ਨਹੀਂ ਹੁੰਦੀਆਂ? ਇਹ ਸਾਰਾ ਕੁਝ ਹੋ ਹੀ ਜਾਂਦਾ। ਇਸੇ ਤਰ੍ਹਾਂ ਜਿਹੜਾ ਮਾੜਾ ਦਿਨ ਹੈ, ਉਹ ਲੋਕਾਂ ਨੇ ਉਹਦਾ ਮਾੜਾ ਨਾਮ ਧਰ ਲਿਆ ਹੈ, ਪੁਜਾਰੀਆਂ ਨੇ। ਉਹ ਮਾੜਾ ਦਿਨ ਨਹੀਂ ਹੁੰਦਾ, ਕਿਉਂਕਿ ਉਹੀ ਸੂਰਜ ਹੈ, ਉਹੀ ਚੰਦ ਹੈ, ਉਹੀ ਧਰਤੀ ਹੈ, ਹਵਾ ਹੈ, ਉਹੀ ਅਸੀਂ ਇਨਸਾਨ ਆ। ਜੇ ਕਿਤੇ ਮਾੜਾ ਚੰਗਾ ਹੈ ਤਾਂ ਉਹ ਸਾਡੀ ਬੁੱਧੀ ਹੈ, ਸਾਡੀ ਅਕਲ ਹੈ, ਜਿਹਦੇ ਨਾਲ ਅਸੀਂ ਸੋਚ ਕੇ ਸਮਝ ਕੇ ਕੰਮ ਕਰਨਾ ਹੈ। ਜੇ ਸਾਡੀ ਬੁੱਧੀ ਸਾਨੂੰ ਮਾੜੇ ਪਾਸੇ ਲਿਜਾ ਰਹੀ ਹੈ ਤਾਂ ਉਹ ਦਿਨ ਸਾਡੇ ਵਾਸਤੇ ਮਾੜਾ ਹੈ। ਜੇ ਉਹ ਅਸੀਂ ਆਪਣੀ ਅਕਲ ਦੀ ਵਰਤੋਂ ਕਰਕੇ ਚੰਗੇ ਪਾਸੇ ਜਾ ਰਹੇ ਹਾਂ, ਚੰਗੇ ਕੰਮ ਕਰ ਰਹੇ ਹਾਂ, ਤਾਂ ਉਹ ਦਿਨ ਸਾਡੇ ਵਾਸਤੇ ਚੰਗਾ ਹੈ। ਹੋਰ ਦਿਨ ਆਪਣੇ ਆਪ ਦੇ ਵਿੱਚ ਕੋਈ ਮਾੜਾ ਨਹੀਂ, ਕੋਈ ਚੰਗਾ ਨਹੀਂ। ਇਹ ਦਿਨਾਂ ਦੇ ਨਾਮ ਵੀ ਇਨਸਾਨਾਂ ਨੇ ਆਪ ਰੱਖੇ ਨੇ, ਰੱਬ ਨੇ ਕੋਈ ਨਾਮ ਰੱਖ ਕੇ ਨਹੀਂ ਭੇਜੇ। ਮਹੀਨਿਆਂ ਦੇ ਨਾਮ ਵੀ ਮਨੁੱਖਾਂ ਨੇ ਰੱਖੇ ਨੇ, ਇਹ ਰੱਬ ਨੇ ਨਾਮ ਰੱਖ ਕੇ ਕਿਤੇ ਨਹੀਂ ਭੇਜੇ। ਅਤੇ ਦੁਨੀਆ ਦੇ ਵਿੱਚ ਅੱਡੋ ਅੱਡ ਕੌਮਾਂ ਦਾ, ਅੱਡੋ ਅੱਡ ਧਰਮਾਂ ਦਾ, ਖਿੱਤਿਆਂ ਦਾ, ਬੋਲੀਆਂ ਦੇ ਅੱਡੋ ਅੱਡ ਦਿਨਾਂ ਦੇ ਨਾਮ, ਮਹੀਨਿਆਂ ਦੇ ਨਾਮ ਅਤੇ ਹੋਰ ਜਿਹੜੇ ਇਹੋ ਜਿਹੇ ਪ੍ਰਚਲਿਤ ਤਿਉਹਾਰ ਨੇ ਉਹਨਾਂ ਦੇ ਨਾਮ, ਇਹ ਅੱਡੋ ਅੱਡ ਤਰ੍ਹਾਂ ਦੇ ਸਾਰੀ ਦੁਨੀਆ 'ਚ ਨੇ। ਸਾਡੇ ਭਾਰਤ ਦੇ ਵਿੱਚ ਜਿਹੜੇ ਨਾਮ ਪ੍ਰਚਲਿਤ ਨੇ ਉਹ ਗੁਰਬਾਣੀ 'ਚ ਉਹਨਾਂ ਸਮਾਨਿਆਂ 'ਚ ਅਪਣਾ ਲਏ ਗਏ ਸੀ ਅਤੇ ਅੱਜ ਉਦੋਂ ਬਾਅਦ ਉਹ ਵੀ ਤਕਰੀਬਨ ਸਾਨੂੰ ਭੁੱਲ ਭੱਲ ਗਏ ਨੇ। ਅੱਜ ਅੰਗਰੇਜ਼ੀ ਵਾਲੇ ਮਹੀਨੇ, ਅੰਗਰੇਜ਼ਾਂ ਵਾਲਾ ਟਾਈਮ ਜਿਹੜਾ ਕਿ ਸਾਡੇ ਸਾਰੇ ਘਰਾਂ 'ਚ ਪ੍ਰਚਲਿਤ ਹੈ, ਅੱਜ ਤਾਂ ਗੱਲ ਹੀ ਹੋਰ ਦੀ ਹੋਰ ਬਣ ਗਈ ਹੈ। ਉਹਨਾਂ ਜ਼ਮਾਨਿਆਂ 'ਚ ਹੋਰ ਕੋਈ ਸਾਧਨ ਨਹੀਂ ਸੀ। ਇਹ ਕੇਵਲ ਅਤੇ ਕੇਵਲ ਕਵਿਤਾ ਲਿਖ ਕੇ ਅਨੇਕਾਂ ਢੰਗਾਂ ਦੇ ਨਾਲ ਗੁਰੂ ਸਾਹਿਬ ਨੇ ਸਾਨੂੰ ਚੰਗੇ ਇਨਸਾਨ ਬਣਨ ਵਾਸਤੇ
उत्तम दर्जे की मत दिती है। आपां चंगी मत लैनी है, चंगे इंसान बनना है। चंगा माड़ा दिन कोई नहीं हुंदा। ये महीनों वास्ते या दिनों के चंगे दसन वास्ते नहीं है, बल्कि सानू ज्ञान देने वास्ते है। गुरुद्वारियां चों सानू इस तरह का ज्ञान मिलना चाहिए सी। अफसोस कि इहो जिहा ज्ञान सानू दिता नहीं जा रहा। सवाल नंबर 254, भाई हरमन सिंह, पिंड पायल, जिला लुधियाना। इन्हां दा सवाल है कि गुरु गोबिंद सिंह जी ने 52 हुक्म दिते सन। एक किताब दे विच 52 हुक्म लिख के कुछ विस्तार नाल दस्सिया गया है कि अज उन्हां दी कोई अहमियत है। इत्थे ध्यान देण योग गल है, गुरु साहब दे नाम ते तां इत्थे पूरा 10वें ग्रंथ उर्फ बचित्र नाटक वर्गी अश्लील नखिद्ध एडी वड्डी रचना जिहड़ी कि 1428 पन्नियां च फैली हुई है, वो भी गुरु गोबिंद सिंह दे नाम ते लिख दित्ती गई है, जदों कि गुरु गोबिंद सिंह ने एक अखर भी उहदे विच नहीं लिखिया। इस तरह ये जिहड़े 52 हुक्म ने ये आपो अपनी मर्जी दे नाल लिखारियां ने लिख दिते ने, ते बहुतियां इहो जिहियां किताबां दे उत्ते लिखारी दा नाम भी नहीं है। टोटल दा कुछ लिख दिता ते लोकां ने सच मन लिया, क्योंकि गुरु प्रति लोकां दा सत्कार सी। जिहड़ी गल गुरु साहब दे नां ते लोकां च प्रचार दित्ती, वो आमदन दा इनकम दा साधन बन गई। इस तरह गुरु साहब दे नां ते किन्ने गुरुद्वारे, किन्नियां बीड़ां, किन्नियां निशानियां, किन्ने मंजियां, पालकियां, किते कलगी, किते उन्हां दा जुत्ती जोड़ा, किते उन्हां दा चोला, किते तीर कमान, किते तलवार, किते बंदूक। बहुत कुछ लोकां ने झूठा भी बना के रखिया होया अपने कोले, ते उन्हां तो मत्थे टकवा के लोकां तो इनकम उहदे राहीं करदे ने ते अपने तजौरियां भरदे ने। ये चीज़ां बहुती वारी सच नहीं हैगियां। बेअंत विद्वानां ने ये सच भी सामने लिआंदा है कि ये गल्लां झूठियां ने, सच नहीं हैगियां। अज तां मीडिया का युग आ गया ते बहुत कुछ पता लग गया। पुराने जमाने च इन्ना मानसिक विकास नहीं होया सी, पता नहीं सी लगदा। इस करके हर कोई बंदा कह दिंदा सी ये गुरु साहब की लिखी हुई रचना है। तो इत्थे गुरु गोबिंद सिंह ने ये 52 हुक्म वाली कोई किताब इहो जी नहीं लिखी। अज इहदी कोई कीमत नहीं है। किसी भी किताब दे विचों जिंदगी नूं चंगे राह तोरन वास्ते कोई सिक्ख्यादायक गल मिलती है, वो अपना लेनी चाहिए है। वो जरूरी नहीं कि गुरु साहब नाल आपां जोड़ीए। होर बड़े बड़े विद्वान ने, उन्हां दियां भी असीं गल्लां पढ़दे हां, विचारदे हां। हुण जिहड़ा असीं स्कूलां च, कालजां च, यूनीवर्सिटियां च पढ़दे हां, वो भी तां विद्या सानूं चंगे इंसान बनाउण वास्ते, चंगा रुਜ਼ਗਾਰ देण वास्ते पढ़ाई असीं करदे हां, पर वो गुरु साहब दा लिखिया होया तां नहीं ना हुंदा, विद्वानां दा लिखिया हुंदा है। इस तरह जिथों चंगी चीज़ मिलती है वो प्राप्त कर लो, जिहड़ी गलत गल कोई लिखी हुई है उहनूं छड्ड दिओ। ये 52 हुक्मां वाली किताब गुरु गोबिंद सिंह दी रचना नहीं है, किसी होर लिखारी दी लिखी हुई है। इहो जिहियां लिखतां तो असीं सावधान रहना है। सवाल नंबर 255, इत्थे सवाल भेजण वाले दा नाम नहीं है। इन्हां ने सवाल कीता है, रखड़ी बारे दसो जी कि इसनूं मदर डे ਜਾਂ फादर डे वांग सिस्टर डे जानी कि भैन का प्यार वाला दिन ਇਹਦੇ तौर ਤੇ ਆਪਾਂ मना सकते हाँ। बहुत अच्छा सवाल इन्हों ने किया। रखड़ी जिहड़ी उंज परंपरा के तौर पर मैं बहुत पहला अपना एक लम्मा लैक्चर यूट्यूब पर चल रहा है तो मैं अपनी फेसबुक पर भी उन्होंने पा दिता है, वो भी तुसीं सुन सकते हो। क्योंकि राखी का ये संबंध नहीं है कोई। सचमुच की राखी आपां करनी सिख जाइए। जिमें मदर डे तो लोग मना लेंदे ने, बधाइयां दे देंदे ने, पर माता नूं सामभदे नहीं, प्यार नहीं करते, सत्कार नहीं देंदे, ते ओ मदर डे मनाउण दा फिर कोई फायदा नहीं। इस तरह फादर डे लोग मना लेंदे ने, पर की सचमुच अपने पिता का सत्कार करते हैं, उहदा बुढ़ापे दे विच ख्याल रखते हैं। ਇਹ ਚੀਜ਼ਾਂ ਧਿਆਨ ਦੇਣ ਯੋਗ ਨੇ ਕਿ ਉਹਨਾਂ ਦਾ ਪਿਆਰ ਭਰਿਆ, ਸਤਿਕਾਰ ਭਰਿਆ ਆਦਰ ਮਾਣ ਕਰਨਾ ਇਹ ਸਾਡੇ ਵਾਸਤੇ ਜ਼ਰੂਰੀ ਹੁੰਦਾ ਹੈ। ਇਹਨਾਂ ਦਿਨਾਂ ਨੂੰ ਮਨਾਉਣ ਦਾ ਤਾਂ ਜ਼ਰੂਰੀ ਹੁੰਦਾ ਹੈ। ਤੇ ਇਸੇ ਤਰ੍ਹਾਂ ਭੈਣਾਂ ਦਾ ਦਿਨ ਜੇ ਆਪਾਂ ਪਿਆਰ ਭਰੇ ਢੰਗ ਨਾਲ ਮਨਾਈਏ ਤਾਂ ਕੋਈ ਬੁਰਾਈ ਨਹੀਂ ਹੈ। ਤੇ ਘੱਟੋ ਘੱਟ ਸਾਲ ਦੇ ਵਿੱਚ ਇੱਕ ਵਾਰੀ ਤਾਂ ਰੁੱਸੇ ਹੋਏ ਭੈਣ ਭਾਈ ਆਪਸ 'ਚ ਮਿਲ ਲੈਣ ਤੇ ਇੱਕ ਦੂਜੇ ਨੂੰ ਮਿਲ ਕੇ ਖੁਸ਼ੀਆਂ ਵੰਡ ਲੈਣ ਤੇ ਇੱਕ ਦੂਜੇ ਨੂੰ ਤੋਹਫੇ ਦੇ ਲੈਣ, ਲੈ ਲੈਣ। ਤੇ ਘੱਟੋ ਘੱਟ ਜੇ ਗੁੱਸੇ ਗਿਲੇ ਪੁਰਾਣੇ ਹੋਏ ਨੇ ਤੇ ਉਹਨਾਂ ਨੂੰ ਖਤਮ ਕਰ ਦੇਣ। ਉਹਨਾਂ ਨੂੰ ਚੇਤਾ ਹੋਵੇ, ਭੈਣ ਵੀ ਯਾਦ ਕਰੇ ਕਿ ਮੇਰੇ ਭਾਈ ਮੇਰਾ ਆਦਰ ਕਰਦੇ ਨੇ, ਭਾਈ ਵੀ ਯਾਦ ਕਰਨ ਕਿ ਸਾਡੀ ਭੈਣ ਹੈਗੀ ਹੈ। ਇੱਕ ਕੋਮਲ ਪਿਆਰ ਭੈਣ ਵਾਲਾ ਇਹ ਹੋਰ ਕਿਧਰੋਂ ਨਹੀਂ ਮਿਲਦਾ। ਸਾਡੇ ਘਰਾਂ ਨੂੰ ਕੋਮਲਤਾ ਵਾਲਾ,
ਸੱਭਿਅਤਾ ਵਾਲਾ ਬਣਾਉਣ ਵਾਸਤੇ ਔਰਤਾਂ ਦਾ, ਧੀਆਂ ਭੈਣਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇ ਘਰ ਦੇ ਵਿੱਚ ਕੇਵਲ ਲੜਕੇ ਹੋਣ, ਕੋਈ ਲੜਕੀ ਨਾ ਹੋਵੇ, ਤਾਂ ਉਹ ਘਰ ਆਮ ਤੌਰ 'ਤੇ ਫੌਜੀ ਛਾਉਣੀ ਜਾਂ ਛੜਿਆਂ ਦਾ ਡੇਰਾ ਜਾਂ ਇੱਕ ਬਣ ਜਾਂਦਾ ਹੈ। ਤੇ ਲੜਕੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਔਰਤਾਂ, ਭੈਣਾਂ, ਧੀਆਂ, ਪਤਨੀਆਂ ਇਹ ਸਾਨੂੰ ਸੱਭਿਅਕ ਢੰਗ ਨਾਲ ਰਹਿਣ ਦੇ ਬਹੁਤ ਵਧੀਆ ਤਰੀਕੇ ਸਿਖਾਉਂਦੀਆਂ ਨੇ। ਸੋ ਭੈਣ ਭਾਈ ਦੇ ਪਿਆਰ ਨੂੰ ਮੁੜ ਤੋਂ ਤਾਜ਼ਾ ਕਰਨ ਵਾਸਤੇ, ਖੁਸ਼ੀਆਂ ਮਨਾਉਣ ਵਾਸਤੇ, ਪਿਆਰ ਵੰਡਾਉਣ ਵਾਸਤੇ ਤੇ ਇਹ ਜੇ ਦਿਨ ਮਨਾਇਆ ਜਾਵੇ ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਇਹਨੂੰ ਇੱਕ ਪਖੰਡ ਦੇ ਤੌਰ ਤੇ, ਵਿਖਾਵੇ ਦੇ ਤੌਰ ਤੇ, ਮਜਬੂਰੀ ਦੇ ਤੌਰ ਤੇ, ਦੁਕਾਨਦਾਰੀ ਦੇ ਤੌਰ ਤੇ, ਜਿਵੇਂ ਕਿ ਦੁਕਾਨਦਾਰਾਂ ਨੇ ਇਸ ਦਿਨ ਨੂੰ ਪੈਸੇ ਦੇ ਕਮਾਈ ਦੇ ਸਾਧਨ ਵਜੋਂ ਵਰਤਿਆ ਹੋਇਆ ਹੈ, ਉਹ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਇਸ ਰੱਖੜੀ ਨਾਲ ਜੋੜ ਲਈਆਂ ਗਈਆਂ ਨੇ। ਉਹਨਾਂ ਨੂੰ ਪਾਸੇ ਰੱਖ ਕੇ ਆਪਾਂ ਮਨੋਂ ਸੱਚਾ ਸੁੱਚਾ ਪਿਆਰ ਆਪਣੀਆਂ ਭੈਣਾਂ ਨਾਲ ਕਰੀਏ ਤੇ ਭੈਣਾਂ ਆਪਣੇ ਭਰਾਵਾਂ ਨਾਲ ਪਿਆਰ ਭਰਿਆ ਵਰਤਾਓ ਕਰਨ। ਇੱਕ ਦੂਜੇ ਦੀ ਸਾਰੀ ਉਮਰ ਆਪਾਂ ਮਦਦ ਕਰਦੇ ਰਹੀਏ। ਸਾਲ ਪਿੱਛੋਂ ਇਸ ਤਿਉਹਾਰ ਨੂੰ ਇਕੱਠੇ ਹੋ ਕੇ ਮਨਾ ਲੈਣਾ ਖੁਸ਼ੀ ਦੇ ਵਿੱਚ ਵਾਧਾ ਕਰੇਗਾ, ਪਰ ਪਖੰਡ ਤੋਂ, ਵਿਖਾਵੇ ਤੋਂ ਮੁਕਤ ਕਰਕੇ ਰੱਖਣਾ ਹੈ ਕਿ ਇਹ ਤਾਂ ਜੀ ਸਾਡੀਆਂ ਪੁਰਾਤਨ ਪਰੰਪਰਾਵਾਂ ਨੇ, ਪੁਰਾਤਨ ਮਰਿਆਦਾਵਾਂ ਨੇ, ਇਹੋ ਜਿਹਾ ਕੁਛ ਵੀ ਨਹੀਂ ਹੈ। ਜਿੰਨੀ ਸਾਨੂੰ ਸਮਝ ਅਕਲ ਆ ਰਹੀ ਹੈ ਉਹਦੇ ਮੁਤਾਬਕ ਇਹਨਾਂ ਤਿਉਹਾਰਾਂ ਦੇ ਵਿੱਚ, ਮੇਲ ਮਿਲਾਪ ਦੇ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ ਆ ਰਹੀਆਂ ਨੇ। ਸੁਧਾਰ ਕਰਨੇ ਹੁੰਦੇ ਨੇ, ਤੋ ਸੁਧਾਰਵਾਦੀ ਪੱਖ ਸਦਾ ਸਾਹਮਣੇ ਰੱਖੀਦਾ ਹੁੰਦਾ। ਭੈਣ ਭਰਾ ਦੇ ਤੌਰ ਤੇ ਇਸ ਦਿਨ ਨੂੰ ਮਨਾ ਲੈਣਾ ਬਹੁਤ ਚੰਗੀ ਗੱਲ ਹੋਵੇਗੀ। ਸਵਾਲ ਨੰਬਰ 256, ਇੱਥੇ ਵੀ ਸਵਾਲ ਭੇਜਣ ਵਾਲੇ ਨੇ ਆਪਣਾ ਨਾਮ ਨਹੀਂ ਲਿਖਿਆ। ਇਹਨਾਂ ਦਾ ਸਵਾਲ ਹੈ, ਕਹਿੰਦੇ ਹਨ ਪਰਮਾਤਮਾ ਨੂੰ ਕੋਈ ਛਲ ਨਹੀਂ ਸਕਦਾ, ਵਰਗਲਾ ਨਹੀਂ ਸਕਦਾ। ਫਿਰ ਗੁਰਬਾਣੀ ਵਿੱਚ ਇਹ ਵੀ ਲਿਖਿਆ ਹੈ, ਪੁੱਤਰ ਹੇਤ ਨਰਾਇਣ ਕਹਿਓ ਜਮ ਕੰਕਰ ਮਾਰ ਬਿਦਾਰੇ। ਇਹ ਕਹਿਣ ਦੀ ਲੋੜ ਕਿਉਂ ਪਈ? ਅਸਲ ਦੇ ਵਿੱਚ ਇਹ ਪੂਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ 999 ਦੇ ਉੱਤੇ ਸੁਭਾਇਮਾਨ ਹੈ। ਗੁਰੂ ਅਰਜਨ ਸਾਹਿਬ ਨੇ ਮਾਰੂ ਰਾਗ ਦੇ ਵਿੱਚ ਇਹ ਸ਼ਬਦ ਲਿਖੇ ਹੈ। ਇੱਥੇ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਜਿਸ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹਾਂ, ਉਹ ਸਮਾਜ ਦੀਆਂ ਮਾਨਤਾਵਾਂ, ਉਹਦੇ ਪਾਤਰ, ਉਹਦੀ ਬੋਲੀ ਤੇ ਉਹਦੇ ਤੌਰ ਤਰੀਕੇ ਬਹੁਤ ਸਾਰੇ ਆਪਣੀ ਗੱਲ ਕਹਿਣ ਵਾਸਤੇ ਸਾਨੂੰ ਵਰਤਣੇ ਪੈਂਦੇ ਨੇ। ਜੇ ਉਹਨਾਂ ਗੱਲਾਂ ਨੂੰ ਆਪਾਂ ਪੂਰੀ ਤਰ੍ਹਾਂ ਛੱਡ ਦੇਵਾਂਗੇ ਤਾਂ ਉੱਥੋਂ ਦੇ ਲੋਕਾਂ ਨੂੰ ਉਹ ਗੱਲਾਂ ਸਮਝ ਹੀ ਨਹੀਂ ਆਉਣੀਆਂ। ਆਪਾਂ ਕਦੀ ਪੱਛਮੀ ਮੁਲਕਾਂ ਜਾਈਏ, ਉਹਨਾਂ ਦੇ ਵਿੱਚ ਆਪਾਂ ਇਸ ਢੰਗ ਨਾਲ ਗੱਲ ਕਰੀਏ ਕਿ ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਅੰਮ੍ਰਿਤ ਵੇਲੇ ਬਬੀਹਾ ਬੋਲਦਾ, ਉਹਨਾਂ ਨੂੰ ਉੱਥੇ ਪਤਾ ਹੀ ਨਹੀਂ ਬਬੀਹਾ ਕੀ ਬਲਾ ਹੁੰਦੀ ਹੈ, ਕਿਉਂਕਿ ਉੱਥੇ ਨਾ ਅੰਮ੍ਰਿਤ ਵੇਲਾ ਹੈ, ਨਾ ਉੱਥੇ ਬਬੀਹੇ ਬੋਲਦੇ ਨੇ, ਨਾ ਸਾਡੇ ਵਾਂਗੂ ਮੋਰ ਪਹਿਲਾਂ ਪਾਉਂਦੇ ਨੇ, ਨਾ ਝਿਮਝਿਮ ਵਰਸਾ ਅੰਮ੍ਰਿਤ ਧਾਰਾ। ਜਿਵੇਂ ਗਰਮੀ ਦੇ ਵਿੱਚ ਮੀਂਹ ਪੈਂਦਾ ਸਾਨੂੰ ਬੜਾ ਚੰਗਾ ਲੱਗਦਾ, ਉੱਥੇ ਤਾਂ ਮੀਂਹ ਆਮ ਤੌਰ 'ਤੇ ਪੈਂਦਾ ਹੀ ਰਹਿੰਦਾ ਅਤੇ ਉਹਨਾਂ ਨੂੰ ਇਹ ਕੋਈ ਗੱਲ ਅਜੀਬ ਨਹੀਂ ਲੱਗਦੀ। ਇਹ ਸਾਰੀਆਂ ਮਾਨਤਾਵਾਂ, ਪਰੰਪਰਾਵਾਂ ਅਤੇ ਮੁਹਾਵਰੇ ਹਰ ਦੇਸ਼ ਦੇ, ਹਰ ਸਭਿਅਤਾ ਦੇ ਆਪੋ ਆਪਣੇ ਅਲੱਗ-ਅਲੱਗ ਹੁੰਦੇ ਨੇ ਅਤੇ ਪਾਤਰ ਵੀ ਹਰੇਕ ਦੇ ਆਪੋ ਆਪਣੇ ਅੱਡੋ ਅੱਡ ਹੁੰਦੇ ਨੇ। ਅਤੇ ਕਦੀ ਤਜਰਬਾ ਕਰਕੇ ਵੇਖਣਾ, ਬਾਬਾ ਫਰੀਦ ਜੀ ਦੀ ਬਾਣੀ ਦੇ ਵਿੱਚ ਤੁਹਾਨੂੰ ਹਿੰਦੂ ਪੁਰਾਣਿਕ ਪਾਤਰਾਂ ਦਾ ਹਵਾਲਾ ਨਹੀਂ ਮਿਲੇਗਾ, ਕਿਉਂਕਿ ਬਾਬਾ ਫਰੀਦ ਦਾ ਪਿਛੋਕੜ ਇਸਲਾਮ ਹੈ ਅਤੇ ਉਹ ਜਿਹੜੇ ਵੀ ਆਪਣੀਆਂ ਗੱਲਾਂ ਸਮਝਾਉਣ ਵਾਸਤੇ ਹਵਾਲੇ ਦਿੰਦੇ ਨੇ ਉਹ ਇਸਲਾਮਿਕ ਪਰੰਪਰਾ ਵਾਲੇ ਦਿੰਦੇ ਨੇ, ਜਿਵੇਂ ਨਮਾਜ਼ਾਂ ਦਾ, ਰੋਜ਼ਿਆਂ ਦਾ ਅਤੇ ਮਸੱਲਾ ਦਾ, ਅਤੇ ਜਿਹੜਾ ਹੱਥ ਦੇ ਵਿੱਚ ਉਹ ਡੰਡਾ ਸੋਟਾ ਫੜਦੇ ਨੇ, ਉਹ ਸਾਰੀਆਂ ਗੱਲਾਂ ਉਹਨਾਂ ਦੀਆਂ ਉਸ ਪਰੰਪਰਾ ਦੀਆਂ ਕਰਦੇ ਨੇ। ਹਿੰਦੂ ਸਮਾਜ ਦੇ ਵਿੱਚ ਜੋ ਪਰੰਪਰਾਵਾਂ ਨੇ ਉਹਦੀਆਂ ਨਹੀਂ ਕਰਦੇ। ਅਤੇ ਭੱਟਾਂ ਦੇ ਸਵਈਏ ਨੇ ਜਿਹੜੇ, ਉਹਦੇ ਵਿੱਚ ਤੁਹਾਨੂੰ ਇਸਲਾਮਿਕ ਪਰੰਪਰਾ ਕੋਈ ਨਹੀਂ ਮਿਲੇਗੀ, ਕਿਉਂਕਿ ਉਹਨਾਂ ਦਾ ਉਸ ਪਾਸੇ ਦਾ ਕੋਈ ਰੁਝਾਨ ਨਹੀਂ ਸੀ। ਗੁਰੂ ਸਾਹਿਬ ਨੇ ਦੋਨੇ ਪਾਸੇ ਸਟੱਡੀ ਕਰ ਲਈ ਸੀ ਅਤੇ ਇਸੇ ਕਰਕੇ ਦੋਵੇਂ ਪਾਸੇ ਦੀਆਂ ਉਦਾਹਰਣਾਂ ਗੁਰੂ ਸਾਹਿਬ ਨੇ ਦਿੱਤੀਆਂ ਹੋਈਆਂ ਨੇ। ਤਾਂ ਇੱਥੇ ਜਿਹੜਾ ਹਿੰਦੂ ਸਮਾਜ ਦੇ ਵਿੱਚ ਧਰੁਵ ਭਗਤ, ਵਾਲਮੀਕ, ਸੁਦਾਮਾ ਅਤੇ ਹੋਰ ਬਹੁਤ ਸਾਰੇ ਜਿਹੜੇ ਅਜਾਮਲ ਪਾਤਰ ਵਰਗੇ ਨੇ, ਇਹ ਬਹੁਤ ਸਾਰੇ ਪਹਿਲਾਂ ਪ੍ਰਚਲਿਤ ਸੀ। ਇਹਨਾਂ ਦੀਆਂ ਉਦਾਹਰਣਾਂ ਦੇ ਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਹਨਾਂ ਦੀਆਂ ਮਾਨਤਾਵਾਂ ਦੇ ਮੁਤਾਬਕ ਇਹ ਜਿਹੜੇ ਪਾਪੀ ਲੋਕ ਵੀ ਰੱਬ ਦੀ ਕਿਰਪਾ ਦੇ ਨਾਲ, ਭਗਤੀ ਕਰਨ ਦੇ ਨਾਲ, ਉਹਦਾ ਨਾਮ ਜਪਣ ਦੇ ਨਾਲ ਜੇ ਤਰ ਗਏ ਨੇ ਅਤੇ ਅਸੀਂ ਵੀ ਹੇ ਰੱਬ ਜੀ ਤੇਰਾ ਹੀ ਨਾਮ ਜਪਦੇ ਹਾਂ, ਤੈਨੂੰ ਹੀ ਯਾਦ ਰੱਖਦੇ ਹਾਂ, ਸਾਡਾ ਵੀ ਪਾਰ ਨਿਸਤਾਰਾ ਜ਼ਰੂਰ ਹੋ ਜਾਵੇਗਾ, ਤੂੰ ਬੜਾ ਮਿਹਰਬਾਨ ਹੈ। ਆਓ ਸਾਰਾ ਸ਼ਬਦ ਪੜ੍ਹ ਲਈਏ। ਪਾਂਚ ਬਰਖ ਕੋ ਅਨਾਥ ਧਰੁਵ ਬਾਰਕ, ਹਰ ਸਿਮਰਤ ਅਮਰ ਅਟਾਰੇ। ਬਹੁਤ ਛੋਟੀ ਉਮਰ ਦਾ ਬਾਲਕ ਸੀ ਧਰੁਵ, ਕਹਿੰਦੇ ਉਹਦੀ ਵੀ ਤੂੰ ਰੱਖਿਆ ਕੀਤੀ। ਪੁੱਤਰ ਹੇਤ ਨਰਾਇਣ ਕਹਿਓ ਜਮ ਕੰਕਰ ਮਾਰ ਬਿਦਾਰੇ। ਜਿਹੜਾ ਇਸ ਨੂੰ ਬਚਾਉਣ ਵਾਸਤੇ
ਆਪਣੇ ਪੁੱਤਰ ਨੂੰ ਬਚਾਉਣ ਦਾ, ਪੁੱਤਰ ਦਾ ਨਾਮ ਸੀ ਨਰਾਇਣ, ਤੇ ਕਹਿੰਦੇ ਅਜਾਮਲ ਨੇ ਨਰਾਇਣ ਨੂੰ ਆਵਾਜ਼ ਮਾਰੀ ਤੇ ਰੱਬ ਨੂੰ ਭੁਲੇਖਾ ਪੈ ਗਿਆ ਕਿ ਸ਼ਾਇਦ ਇਹ ਮੈਨੂੰ ਯਾਦ ਕਰਦਾ ਹੈ, ਤੇ ਇਸ ਤਰ੍ਹਾਂ ਉਹ ਬਚ ਗਿਆ। ਮੇਰੇ ਠਾਕੁਰ ਕੀਤੇ ਅਗਨਤ ਉਧਾਰੇ, ਹੇ ਰੱਬ ਜੀ ਤੁਸੀਂ ਬੜੇ ਲੋਕਾਂ ਦਾ ਪਰ ਉਸਤਾਰਾ ਕੀਤਾ। ਮੋਹੇ ਦੀਨ ਅਲਪ ਮਤ ਨਿਰਗੁਣ, ਪਰਿਓ ਸ਼ਰਨ ਦੁਆਰੇ, ਤੇ ਅਸੀਂ ਵੀ ਨਿਮਾਣੇ ਹਾਂ, ਬਹੁਤ ਕਮਜ਼ੋਰ ਹਾਂ, ਘੱਟ ਬੁੱਧੀ ਵਾਲੇ ਹਾਂ, ਤੁਹਾਡੀ ਸ਼ਰਨ 'ਚ ਆਏ ਹਾਂ। ਰਹਾਓ। ਬਾਲਮੀਕ ਸੁਪਚਾਰੋ ਤਰਿਓ, ਬਾਲਮੀਕ ਵਰਗਾ ਛੋਟੀ ਜਾਤ ਦਾ ਆਖਿਆ ਜਾਂਦਾ ਇਨਸਾਨ ਉਹ ਵੀ ਤਰ ਗਿਆ। ਬਦਕ ਤਰੇ ਵਿਚਾਰੇ, ਬਦਕ ਸ਼ਿਕਾਰੀ ਆਦਿਕ ਵੀ ਕਹਿੰਦੇ ਤਰ ਗਿਆ, ਜਿਹਨੇ ਕ੍ਰਿਸ਼ਨ ਦੇ ਪੈਰ ਦੇ ਵਿੱਚ ਤੀਰ ਮਾਰ ਕੇ ਕ੍ਰਿਸ਼ਨ ਜੀ ਦੀ ਜਿਹੜੀ ਹੈ ਮੌਤ ਲਿਆਂਦੀ ਸੀ, ਤੇ ਉਹਦਾ ਵੀ ਕਹਿੰਦੇ ਭਾਰ ਨਿਸਤਾਰਾ ਹੋ ਗਿਆ, ਕਿਉਂਕਿ ਕ੍ਰਿਸ਼ਨ ਨੇ ਉਹਦੇ 'ਤੇ ਗੁੱਸਾ ਪ੍ਰਗਟ ਨਹੀਂ ਕੀਤਾ। ਏਕ ਨਿਮਕ ਮਨ ਮਾਹੇ ਅਰਾਧਿਓ, ਗਜਬਤ ਪਾਰ ਉਦਾਰੇ, ਕਹਿੰਦੇ ਕੁਝ ਸਮੇਂ ਵਾਸਤੇ ਹਾਥੀ ਦੇ ਮਨ 'ਚ ਵੀ ਰੱਬ ਦਾ ਜਿਹੜਾ ਯਾਦ ਆਈ ਸੀ, ਤੇ ਉਹਦਾ ਵੀ ਪਾਰ ਨਿਸਤਾਰਾ ਹੋ ਗਿਆ। ਕੀਨੀ ਰੱਖਿਆ ਭਗਤ ਪ੍ਰਹਲਾਦਾ, ਪ੍ਰਹਲਾਦ ਭਗਤ ਦੀ ਰੱਖਿਆ ਕੀਤੀ। ਹਰਨਾਕਸ਼ ਨਖੈ ਬਿਦਾਰੇ, ਤੇ ਹਰਨਾਕਸ਼ ਨੂੰ ਨੌਹਾਂ ਨਾਲ ਪਾੜ ਕੇ ਮਾਰ ਦਿੱਤਾ। ਬੇਦਰ ਦਾਸੀ ਸੁਤ ਭਇਓ ਪਨੀਤਾ, ਬੇਦਰ ਸੀ ਜਿਹੜਾ ਛੋਟੀ ਜਾਤ ਦਾ ਸੀ, ਭਾਵ ਕਿ ਦਾਸੀ ਦਾ ਪੁੱਤਰ ਸੀ, ਉਹ ਵੀ ਪਵਿੱਤਰ ਤੂੰ ਕਰ ਦਿੱਤਾ। ਸਗਲੇ ਕੁਲ ਉਜਾਰੇ, ਤੂੰ ਉਹਦੀਆਂ ਕੁਲਾਂ ਤਾਰ ਦਿੱਤੀਆਂ। ਕਬਨ ਅਪਰਾਧ ਬਤਾਵੋ ਆਪਣੇ, ਮਿਥਿਆ ਮੋਹ ਮਗਨਾਰੇ, ਮੈਂ ਆਪਣੇ ਔਗੁਣ ਕਿੰਨੇ ਕੁ ਬਿਆਨ ਕਰਾਂ, ਮੇਰੇ ਵਿੱਚ ਤਾਂ ਬਹੁਤ ਸਾਰੇ ਔਗੁਣ ਨੇ। ਆਇਓ ਸ਼ਾਮ ਨਾਨਕ ਓਟ ਹਰੀ ਕੀ, ਮੈਂ ਵੀ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ। ਲੀਜੈ ਭੁਜਾ ਪਸਾਰੇ, ਮੈਨੂੰ ਵੀ ਆਪਣੀਆਂ ਬਾਹਾਂ ਪਸਾਰ ਕੇ ਆਪਣੇ ਗਲ ਨਾਲ ਲਾ ਲੈ, ਭਾਵ ਕਿ ਇੱਕ ਸ਼ਬਦ ਨੂੰ, ਇੱਕ ਸਿੱਖਿਆ ਨੂੰ, ਉਪਦੇਸ਼ ਨੂੰ ਪ੍ਰਗਟ ਕਰਨ ਦਾ ਪੁਰਾਤਨ ਪਾਤਰਾਂ ਦੇ ਹਵਾਲੇ ਦੇ ਕੇ ਢੰਗ ਹੈ। ਗੁਰੂ ਸਾਹਿਬ ਇਹਨਾਂ ਨੂੰ ਮਾਨਤਾ ਨਹੀਂ ਦਿੰਦੇ, ਜਿਨ੍ਹਾਂ ਦੀ ਇਹ ਮਾਨਤਾ ਹੈ ਉਹਨਾਂ ਦਾ ਹਵਾਲਾ ਦੇ ਕੇ ਸਮਝਾਉਂਦੇ ਨੇ ਕਿ ਭਾਈ ਜੇ ਤੁਸੀਂ ਅੱਜ ਤੱਕ ਇਹ ਕਹਾਣੀਆਂ ਸੁਣਦੇ ਆਏ ਹੋ ਕਿ ਉਹ ਤਰ ਗਏ, ਉਹ ਤਰੇ ਨੇ ਕਿ ਨਹੀਂ ਤਰੇ ਨੇ, ਉਹ ਤਾਂ ਵੱਖਰਾ ਵਿਸ਼ਾ ਹੈ, ਪਰ ਤੁਸੀਂ ਵੀ ਰੱਬ ਨੂੰ ਯਾਦ ਰੱਖੋ, ਚੰਗੇ ਇਨਸਾਨ ਬਣੋ, ਗੁਣਵਾਨ ਬਣੋ, ਤੇ ਤੁਸੀਂ ਵੀ ਤਰ ਜਾਓਗੇ, ਭਾਵ ਕਿ ਤੁਹਾਡੇ ਵੀ ਬੰਧਨ ਕੱਟੇ ਜਾਣਗੇ, ਤੁਹਾਨੂੰ ਵੀ ਆਜ਼ਾਦੀ ਮਿਲੇਗੀ, ਤੁਹਾਨੂੰ ਵੀ ਸਵੈਮਾਨ ਮਿਲੇਗਾ, ਤੁਹਾਡੀਆਂ ਲੋੜਾਂ ਪੂਰੀਆਂ ਹੋਣਗੀਆਂ, ਤੁਹਾਨੂੰ ਵੀ ਜਿਉਣ ਦਾ ਹੱਕ ਮਿਲੇਗਾ। ਇਹ ਚੰਗੇ ਇਨਸਾਨ ਬਣ ਕੇ ਇੱਥੇ ਰਹਿਣ ਵਾਸਤੇ ਤੁਹਾਨੂੰ ਆਪਸ ਦੇ ਵਿੱਚ ਪਿਆਰ, ਸਤਿਕਾਰ ਆਦਿਕ ਅਤੇ ਅਕਲਮੰਦ ਬਣਨਾ ਪਵੇਗਾ। ਇਹ ਸਾਰੀਆਂ ਗੱਲਾਂ ਸਮਝਾਉਣ ਵਾਸਤੇ ਗੁਰੂ ਅਰਜਨ ਸਾਹਿਬ ਨੇ ਕੇਵਲ ਪੁਰਾਤਨ ਪਾਤਰਾਂ ਦੀਆਂ ਉਦਾਹਰਣਾਂ ਦਿੱਤੀਆਂ ਨੇ। ਸਵਾਲ ਨੰਬਰ 257, ਭਾਈ ਕਮਲਜੀਤ ਸਿੰਘ, ਨਿਊ ਗੁਰੂ ਤੇਗ ਬਹਾਦਰ ਨਗਰ, ਜਲੰਧਰ ਤੋਂ। ਇਹਨਾਂ ਦਾ ਸਵਾਲ ਹੈ, ਸਾਡੀ ਨੀਅਤ ਗਲਤ ਕੰਮ ਕਰਨ ਦੀ ਨਹੀਂ ਹੁੰਦੀ, ਪਰ ਫਿਰ ਵੀ ਬਹੁਤ ਵਾਰੀ ਗਲਤ ਕੰਮ ਹੋ ਜਾਂਦੇ ਨੇ, ਅਜਿਹਾ ਕਿਉਂ ਹੁੰਦਾ ਹੈ? ਇੱਥੇ ਧਿਆਨ ਦੇਣ ਯੋਗ ਗੱਲ ਬਹੁਤ ਹੈ, ਜ਼ਰੂਰੀ ਹੈ ਕਿ ਅਸੀਂ ਸਾਰੀ ਉਮਰ ਜਿਹੋ ਜਿਹੇ ਸਮਾਜ 'ਚ ਰਹਿੰਦੇ ਹਾਂ, ਜਿਹੋ ਜਿਹੀ ਸਿੱਖਿਆ ਲੈਂਦੇ ਹਾਂ, ਉਹੋ ਜਿਹੇ ਤਕਰੀਬਨ ਬਣਦੇ ਜਾਂਦੇ ਹਾਂ। ਬਹੁਤ ਵਾਰੀ ਸਾਡਾ ਮਾਨਸਿਕ ਪੱਧਰ ਨੀਵਾਂ ਹੁੰਦਾ ਹੈ, ਕਮਜ਼ੋਰ ਹੁੰਦਾ ਹੈ। ਕਈ ਵਾਰੀ ਦਿਮਾਗ ਨੂੰ ਇੰਨੇ ਝਟਕੇ ਲੱਗਦੇ ਨੇ, ਅਸੀਂ ਫੈਸਲਾ ਲੈਣ ਤੋਂ ਅਸਮਰੱਥ ਹੋ ਜਾਂਦੇ ਹਾਂ, ਅਤੇ ਕਈ ਵਾਰੀ ਤਾਂ ਜਿੱਤਦੇ ਅਸੀਂ ਹਾਰ ਜਾਂਦੇ ਹਾਂ। ਇਹਦਾ ਪ੍ਰਮੁੱਖ ਕਾਰਨ ਹੈ ਸਾਡੇ ਅੰਦਰ ਜੋ ਦਿਮਾਗ ਦਾ ਸਰੀਰ ਨੂੰ ਚਲਾਉਣ ਵਾਲਾ ਸਿਸਟਮ ਹੈ, ਉਹਦੇ ਅੰਦਰ ਜੋ ਸੈੱਲ ਕੰਮ ਕਰਦੇ ਨੇ, ਕੰਟਰੋਲਿੰਗ ਅਥਾਰਟੀ ਜਿਹੜੀ ਸਾਡੇ ਹੈੱਡ ਆਫ ਦੀ ਡਿਪਾਰਟਮੈਂਟ ਸਿਰ ਦੇ ਵਿੱਚ ਹੈ, ਉਹ ਕਈ ਵਾਰੀ ਦੁਚਿੱਤੀ ਦੇ ਵਿੱਚ ਪੈ ਜਾਂਦੇ ਨੇ, ਜਾਂ ਉਹਨਾਂ ਦੀ ਮਾਨਸਿਕ ਬਣਤਰ ਕਮਜ਼ੋਰ ਪੈ ਜਾਂਦੀ ਹੈ, ਉਹ ਫੈਸਲਾ ਲੈਣ ਤੋਂ ਅਸਮਰੱਥ ਹੋ ਜਾਂਦੇ ਨੇ, ਅਤੇ ਕਈ ਵਾਰੀ ਤਾਂ ਗਲਤ ਅਤੇ ਠੀਕ ਦੀ ਪਛਾਣ ਕਰਨ ਤੋਂ ਵੀ ਉਹ ਅਸਮਰੱਥ ਹੁੰਦੇ ਨੇ, ਅਤੇ ਕਈ ਵਾਰੀ ਉਹ ਗਲਤ ਪਾਸੇ ਭਾਰੂ ਹੋ ਜਾਂਦੇ ਨੇ, ਕਿਉਂਕਿ ਇਉਂ ਲੱਗਣ ਲੱਗ ਪੈਂਦਾ ਕਿ ਲੋਕੀ ਵੀ ਤਾਂ ਇਹ ਕਰਦੇ ਨੇ, ਜੇ ਮੈਂ ਕਰ ਲਿਆ ਫਿਰ ਕੀ ਹੋ ਗਿਆ। ਜਾਂ ਇੰਨਾ ਗੁੱਸਾ ਇਨਸਾਨ ਨੂੰ ਆ ਜਾਂਦਾ ਹੈ ਕਿ ਜੇ ਮੈਂ ਇਸ ਵਕਤ ਉਸ ਦਾ ਬਦਲਾ ਨਾ ਲਿਆ ਤਾਂ ਫਿਰ ਮੈਂ ਕਿਵੇਂ ਮੂੰਹ ਦਿਖਾਵਾਂਗਾ ਸਮਾਜ ਦੇ ਵਿੱਚ। ਇਹ ਚੀਜ਼ਾਂ ਇੰਨੀਆਂ ਹਾਵੀ ਹੋ ਜਾਂਦੀਆਂ ਨੇ, ਬੰਦਾ ਆਪਣੇ ਆਪ 'ਤੇ ਕੰਟਰੋਲ ਨਹੀਂ ਕਰ ਸਕਦਾ, ਅਤੇ ਉਹ ਬਹੁਤ ਸਾਰੇ ਗਲਤ ਕੰਮ ਕਰ ਬੈਠਦਾ, ਅਤੇ ਕਈ ਵਾਰੀ ਉਹਨੂੰ ਸਾਰੀ ਉਮਰ ਉਹਦੀ ਸਜ਼ਾ ਭੁਗਤਣੀ ਪੈਂਦੀ ਹੈ। ਜਿਵੇਂ ਕਿਸੇ ਕਵੀ ਨੇ ਆਖਿਆ, ਲਮੋਹ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ, ਭਾਵ ਕਿ ਕੁਝ ਪਲਾਂ ਦੀ ਜਿਹੜੀ ਗਲਤੀ ਹੈ ਉਹ ਲੰਮੇ ਸਮੇਂ ਤੱਕ ਸਜ਼ਾ ਭੁਗਤਣ ਵਾਸਤੇ ਬੰਦੇ ਨੂੰ ਮਜਬੂਰ ਕਰਨ ਦੀ ਹੈ। ਜ਼ਮੀਨ 'ਤੇ ਜਰਾ ਕੁ ਪੈਰ ਤਿਲਕ ਜਾਵੇ, ਧਿਆਨ ਨਾਲ ਅਸੀਂ ਨਾ ਤੁਰ ਰਹੇ ਹੋਈਏ, ਪੈਰ ਤਿਲਕ ਗਿਆ, ਡਿੱਗ ਪਏ, ਅਤੇ ਮਗਰੋਂ ਹੱਡ ਗੋਡਾ ਟੁੱਟਣ ਤੋਂ ਬਾਅਦ ਕੁਛ ਵੀ ਕਿਸੇ ਨੂੰ ਅਸੀਂ ਕਹਿੰਦੇ ਰਹੀਏ ਕਿ ਉਹਨੇ ਪਾਣੀ ਡੋਲ ਦਿੱਤਾ, ਉਹਨੇ ਕੇਲੇ ਦਾ ਛਿਲਕਾ ਸੁੱਟ ਦਿੱਤਾ,
ਤੇ ਗਲਤੀ ਉਹਦੀ ਹੈ, ਗਲਤੀ ਭਾਵੇਂ ਕਿਸੇ ਦੀ ਹੈ, ਉਹ ਤੇ ਹੋ ਗਿਆ, ਤੁਹਾਨੂੰ ਸੱਟ ਵੱਜ ਗਈ। ਧਿਆਨ ਤੁਹਾਡਾ ਫਰਜ਼ ਬਣਦਾ ਸੀ ਰੱਖਣਾ ਕਿ ਮੈਂ ਆਪਣੀ ਜਿਹੜੀ ਜ਼ਿੰਦਗੀ ਹੈ ਇਹਨੂੰ ਸਾਵਧਾਨੀ ਨਾਲ ਜਿਉਣਾ ਹੈ। ਕਿਤੇ ਵੀ ਕੋਈ ਮੁਸ਼ਕਲ ਆ ਸਕਦੀ ਹੈ, ਸੜਕਾਂ 'ਤੇ ਚੱਲਦੇ ਹਾਂ ਤੁਰੰਤ ਫੈਸਲਾ ਲੈਣ ਦੇ ਯੋਗ ਬਣਨਾ ਪਵੇਗਾ। ਇੰਨੀ ਤੇਜ਼ੀ ਨਾਲ ਕੋਈ ਦੂਜਾ ਆ ਰਿਹਾ ਹੈ, ਇੱਧਰੋਂ ਅਸੀਂ ਜਾ ਰਹੇ ਹਾਂ, ਅਤੇ ਇਹ ਫੈਸਲਾ ਕਰਨਾ ਕਈ ਵਾਰੀ ਬਹੁਤ ਔਖਾ ਹੋ ਜਾਂਦਾ ਹੈ ਕਿ ਮੈਂ ਕਿਹੜੇ ਪਾਸੇ ਜਾਵਾਂ। ਉਹ ਪਹਿਲਾਂ ਓਵਰਟੇਕ ਕਰੇਗਾ ਕਿ ਮੈਂ ਪਹਿਲਾਂ ਓਵਰਟੇਕ ਕਰਾਂ, ਇੱਥੋਂ ਦੀ ਮੈਂ ਲੰਘ ਸਕਦਾ ਕਿ ਨਹੀਂ ਲੰਘ ਸਕਦਾ। ਇਸ ਤਰ੍ਹਾਂ ਰੋਜ਼ਾਨਾ ਬਹੁਤ ਸਾਰੇ ਐਕਸੀਡੈਂਟ ਗਲਤ ਫੈਸਲਿਆਂ ਦੇ ਕਾਰਨ ਹੁੰਦੇ ਨੇ। ਉਹ ਤੁਰੰਤ ਫੌਰੀ ਤੌਰ 'ਤੇ ਸਾਡੇ ਦਿਮਾਗ ਦੇ ਜਿਹੜੇ ਸੈੱਲ ਨੇ ਉਹ ਫੈਸਲਾ ਲੈਣ ਤੋਂ ਅਸਮਰੱਥ ਹੋ ਜਾਂਦੇ ਨੇ। ਇਸੇ ਤਰ੍ਹਾਂ ਚਾਹੇ ਬਲਾਤਕਾਰ ਦੀਆਂ ਘਟਨਾਵਾਂ ਨੇ, ਨਸ਼ਿਆਂ 'ਚ ਡੁੱਬ ਜਾਣ ਦੀਆਂ ਦੁਖਦਾਈ ਘਟਨਾਵਾਂ ਨੇ, ਆਤਮ ਹੱਤਿਆਵਾਂ ਦੇ ਦੁਖਦਾਈ ਪਹਿਲੂ ਨੇ, ਕਿੰਨੇ ਸਾਰੇ ਇਹੋ ਜਿਹੇ ਕੰਮ ਜਿਹੜੇ ਕਿ ਬੰਦੇ ਤੋਂ ਹੋ ਜਾਂਦੇ ਨੇ, ਸਾਰੀ ਉਮਰ ਪਛਤਾਉਣਾ ਪੈਂਦਾ। ਉਹ ਹੈ ਸਾਡੇ ਦਿਮਾਗ ਦੇ ਜਿਹੜੇ ਫੈਸਲਾ ਲੈਣ ਵਾਲੇ ਸੈੱਲ ਨੇ ਉਹਨਾਂ ਦਾ ਉਸਾਰੂ ਪੱਖ ਕਮਜ਼ੋਰ ਪੈ ਜਾਂਦਾ। ਹੌਸਲੇ ਵਾਲਾ ਚੰਗੇ ਪਾਸੇ ਵਧਣ ਵਾਲਾ ਪੱਖ ਉਹ ਕਮਜ਼ੋਰ ਪੈ ਜਾਂਦਾ ਅਤੇ ਜਿਹੜਾ ਨੀਵੇਂ ਪਾਸੇ ਡਿੱਗਣ ਵਾਲਾ ਪੱਖ ਹੈ ਉਹ ਭਾਰੂ ਹੋ ਜਾਂਦਾ। ਉਹਨਾਂ ਨੂੰ ਇਹ ਲੱਗਦਾ ਕਿ ਮੇਰਾ ਇੰਨੇ ਮਾੜੇ ਕੰਮ ਕਰਨ ਤੋਂ ਬਾਅਦ ਵੀ ਕੀ ਹੋਣ ਲੱਗਿਆ, ਇਹ ਕੰਮ ਮਾੜਾ ਵੀ ਮੈਨੂੰ ਕਰ ਹੀ ਲੈਣ ਦਿਓ। ਸੋ ਇਸ ਤਰ੍ਹਾਂ ਉਹ ਜਿਹੜੇ ਦਿਮਾਗ ਦੇ ਅੰਦਰ ਚੱਲ ਰਹੇ ਸੈੱਲ ਨੇ ਉਹ ਸਾਡੇ ਕਾਬੂ 'ਚ ਨਹੀਂ ਰਹਿੰਦੇ। ਜਿਹੜਾ ਸਾਰੇ ਕਾਸੇ ਨੂੰ ਕੰਟਰੋਲ ਵਾਲਾ ਮੁੱਖ ਹੈ ਸਾਡੇ ਵਿੱਚ, ਹੈੱਡਕੁਆਟਰ ਹੈ ਸਾਡਾ, ਉਹ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਹੁੰਦਾ, ਫੈਸਲੇ ਲੈਣ ਤੋਂ ਅਸਮਰੱਥ ਹੋ ਜਾਂਦਾ। ਕਈ ਵਾਰੀ ਤਾਂ ਕਿਸੇ ਬੱਚੇ ਨੂੰ ਜਾਂ ਵੱਡੇ ਨੂੰ ਇੰਨੀ ਸਖਤ ਡਾਂਟ ਆਦਿਕ ਪੈਂਦੀ ਹੈ, ਕਈ ਵਾਰੀ ਇੰਨਾ ਜ਼ਿੰਦਗੀ ਝਟਕਾ ਲੱਗਦਾ ਜਾਂ ਕੁੱਟਮਾਰ ਹੁੰਦੀ ਹੈ ਜਾਂ ਕੋਈ ਹਾਦਸਾ ਵਾਪਰ ਜਾਂਦਾ, ਉਦੋਂ ਅਸੀਂ ਮਾਨਸਿਕ ਤੌਰ 'ਤੇ ਟੁੱਟ ਜਾਂਦੇ ਹਾਂ। ਫਿਰ ਅੱਗੋਂ ਬਹੁਤ ਵਾਰੀ ਫੈਸਲੇ ਲੈਣ ਤੋਂ ਅਸਮਰੱਥ ਹੋ ਜਾਂਦੇ ਹਾਂ, ਅੰਦਰ ਦਹਿਸ਼ਤ ਬੈਠ ਜਾਂਦੀ ਹੈ। ਉਹ ਜ਼ਿੰਦਗੀ ਦਾ ਬਹੁਤ ਦੁਖਦਾਈ ਪੱਖ ਹੁੰਦਾ। ਇਹਨਾਂ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਜ਼ਿੰਦਗੀ ਨੂੰ ਹਿੰਮਤ, ਹੌਸਲਾ, ਸਿਆਣਪ, ਫੈਸਲੇ ਲੈਣ ਦੀ ਯੋਗਤਾ, ਇਹ ਸਾਰਾ ਕੁਝ ਆਪਾਂ ਧਿਆਨ 'ਚ ਰੱਖ ਕੇ ਜ਼ਿੰਦਗੀ ਜਿਉਣੀ ਹੈ। ਜੇ ਕਮਜ਼ੋਰ ਪਾਸੇ ਮਨ ਡਿੱਗਦਾ ਤਾਂ ਰੁਕ ਜਾਓ। ਜੇ ਕਿਤੇ ਤੁਹਾਨੂੰ ਲੱਗਦਾ ਕਿ ਮੇਰਾ ਮਨ ਇਸ ਗਲਤ ਪਾਸੇ ਜਾ ਰਿਹਾ, ਭਾਰੂ ਹੋ ਰਿਹਾ, ਤਾਂ ਉਦੋਂ ਰੋਕ ਲਓ, ਪਾਸੇ ਚਲੇ ਜਾਓ, ਬੈਠ ਜਾਓ, ਠੰਡਾ ਪਾਣੀ ਪੀ ਲਓ, ਆਪਣੇ ਕਿਸੇ ਪਿਆਰੇ ਨਾਲ ਗੱਲਾਂ ਬਾਤਾਂ ਕਰ ਲਓ, ਅਤੇ ਜੇ ਹੋ ਸਕੇ ਇੱਕ ਰਾਤ ਲੰਘਾ ਦਿਓ, ਆਰਾਮ ਕਰ ਲਓ, ਤਾਂ ਹੋ ਸਕਦਾ ਅਗਲੇ ਦਿਨ ਤੁਸੀਂ ਉਹ ਕੰਮ ਦਾ ਕਰਨ ਦਾ ਜਿਹੜਾ ਕਿ ਮਨ 'ਚ ਪਹਿਲਾਂ ਫਤੂਰ ਉੱਠਿਆ ਹੋਇਆ ਸੀ ਉਹਦੇ ਤੋਂ ਤੁਸੀਂ ਬਚ ਜਾਓਗੇ, ਆਪਣੇ ਮਨ ਨੂੰ ਫਿਰ ਬਦਲ ਲਓਗੇ। ਇਸ ਤਰ੍ਹਾਂ ਕਈ ਸਾਰੇ ਵੱਡੇ ਨੁਕਸਾਨ ਹੋਣ ਤੋਂ ਬਚਿਆ ਜਾ ਸਕਦਾ। ਬਹੁਤ ਹੀ ਸਾਵਧਾਨੀ ਦੀ ਲੋੜ ਹੈ। ਆਪਣੇ ਦਿਮਾਗ ਦੇ ਸੈੱਲਾਂ ਨੂੰ ਗਲਤ ਪਾਸੇ ਜਾਣ ਤੋਂ ਰੋਕਣ ਵਾਸਤੇ ਲਗਾਤਾਰ ਕੋਸ਼ਿਸ਼ ਕਰਦੇ ਰਹੀਏ, ਚੜ੍ਹਦੀ ਕਲਾ ਵਾਲੇ ਪਾਸੇ ਲਿਜਾਣ ਦਾ ਉਹਨਾਂ ਨੂੰ ਉਪਰਾਲਾ ਕਰਦੇ ਰਹੀਏ। ਸਵਾਲ ਨੰਬਰ 258 ਬੀਬੀ ਜਸਕਰਨ ਕੌਰ ਜਲੰਧਰ ਤੋਂ। ਇਹਨਾਂ ਦਾ ਸਵਾਲ ਹੈ, ਜੇ ਘਰ ਵਿੱਚ ਪੋਥੀ ਹੋਵੇ ਤਾਂ ਪਾਠ ਕਰਨ ਦੀ ਕੀ ਵਿਧੀ ਹੈ? ਕੀ ਪਹਿਲਾਂ ਜਾਂ ਅਖੀਰ ਵਿੱਚ ਹੁਕਮਨਾਮਾ ਲੈਣਾ ਚਾਹੀਦਾ ਹੈ? ਇਹਨਾਂ ਦਾ ਮਕਸਦ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ 2 ਹਿੱਸਿਆਂ 'ਚ ਜਾਂ 4 ਹਿੱਸਿਆਂ 'ਚ ਘਰੇ ਜੇ ਪੋਥੀਆਂ ਹੋਣ ਤਾਂ ਪਾਠ ਕਰਨ ਦੀ ਕੀ ਵਿਧੀ ਹੈ। ਗੁਰੂ ਪਿਆਰ ਵਾਲਿਓ, ਕਿਸੇ ਭਰਮ 'ਚ ਪੈਣ ਦੀ ਲੋੜ ਨਹੀਂ ਹੈ। ਕੋਈ ਹੁਕਮਨਾਮਿਆਂ ਦੇ ਚੱਕਰ 'ਚ ਕਦੇ ਨਾ ਪੈਣਾ। ਅੱਜ ਤਾਂ ਸਹੂਲਤਾਂ ਇੰਨੀਆਂ ਵੱਧ ਗਈਆਂ ਨੇ, ਗੁਰੂ ਗ੍ਰੰਥ ਸਾਹਿਬ ਦੀ ਪੂਰੀ ਬਾਣੀ ਬੋਲ ਕੇ ਰਿਕਾਰਡ ਕੀਤੀ ਹੋਈ ਤੁਹਾਨੂੰ ਸੀਡੀਆਂ 'ਚ, ਪੈਨ ਡਰਾਈਵ 'ਚ, ਆਪਣੇ ਮੋਬਾਈਲ 'ਚ, ਇੰਟਰਨੈੱਟ 'ਤੇ ਇਹ ਸਾਰੇ ਕਿਤੇ ਮਿਲ ਸਕਦੀ ਹੈ। ਜਦੋਂ ਤੁਸੀਂ ਚਾਹੋ ਬਟਨ ਨੱਪੋ ਅਤੇ ਜਿਹੜਾ ਪੰਨਾ, ਜਿਹੜਾ ਸ਼ਬਦ ਤੁਸੀਂ ਸੁਣਨਾ ਚਾਹੋ ਆਪਣੇ ਸਾਹਮਣੇ ਲਿਆਓ। ਅਤੇ ਕਈ ਸਾਰੇ ਵਿਦਵਾਨਾਂ ਨੇ ਵਧੀਆ ਢੰਗ ਨਾਲ ਸ਼ੁੱਧ ਉਚਾਰਨ ਕਰਕੇ ਬਾਣੀ ਰਿਕਾਰਡ ਕੀਤੀ ਹੋਈ ਹੈ, ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਾਂ ਸੀਡੀਆਂ ਆਦਿਕ ਲੈ ਕੇ ਆਪਣੇ ਫੋਨ 'ਚ ਪਾ ਸਕਦੇ ਹੋ। ਆਪਣੇ ਘਰੇ ਹੋਰ ਬਹੁਤ ਸਾਰੇ ਤਰੀਕੇ ਨੇ, ਵਾਈਫਾਈ ਵਗੈਰਾ ਲਗਵਾ ਕੇ ਤੁਸੀਂ ਆਪਣੇ ਟੀਵੀ ਦੇ ਉੱਤੇ ਵੀ ਉਹਨੂੰ ਲਿਆ ਸਕਦੇ ਹੋ। ਅਤੇ ਇਸ ਤਰ੍ਹਾਂ ਕੋਈ ਵੀ ਸਮਾਂ ਅਤੇ ਕੋਈ ਵੀ ਤਰੀਕਾ ਗਲਤ ਨਹੀਂ ਹੈ, ਭਾਵ ਕਿ ਭਰਮਾਂ 'ਚ ਪੈਣ ਤੋਂ ਬਚਣਾ ਹੈ। ਸਗੋਂ ਗੁਰਬਾਣੀ ਤਾਂ ਸਾਨੂੰ ਭਰਮਾਂ 'ਚੋਂ ਕੱਢਦੀ ਹੈ, ਅਕਲਮੰਦ ਬਣਾਉਂਦੀ ਹੈ। ਅਤੇ ਕੋਈ ਹੁਕਮਨਾਮਾ ਆਦਿਕ ਦੀ ਨਹੀਂ, ਗੁਰਬਾਣੀ ਸਾਰੀ ਹੀ ਸਾਡੇ ਵਾਸਤੇ ਹੁਕਮਨਾਮਾ ਹੈ। ਤੁਸੀਂ ਇੱਕ ਸਿਰੇ ਤੋਂ ਸ਼ੁਰੂ ਕਰ ਦਿਓ ਅਤੇ 5 ਪੰਨੇ, 2 ਪੰਨੇ, 10 ਪੰਨੇ, ਜਿੰਨਾ ਤੁਹਾਡਾ ਦਿਲ ਕਰੇ, ਜਿੰਨਾ ਤੁਸੀਂ ਸਮਾਂ ਕੱਢ ਸਕਦੇ ਹੋ ਓਨੀ ਬਾਣੀ ਪੜ੍ਹ ਸਕਦੇ ਹੋ। ਬਿਜਲੀ ਨਾਂਗਾ ਵੀ ਪੈ ਗਿਆ ਤਾਂ ਵੀ ਕੋਈ ਭਰਮ 'ਚ ਨਹੀਂ ਪੈਣਾ, ਨਹੀਂ ਸਮਾਂ ਹੁੰਦਾ, ਜ਼ਰੂਰੀ ਕੰਮ ਕਿਤੇ ਬਾਹਰ ਅੰਦਰ ਜਾਣਾ ਪੈ ਜਾਂਦਾ। ਸੋ ਇਸ ਤਰ੍ਹਾਂ ਕੋਈ ਉਚੇਚ ਕਰਨ ਦੀ ਲੋੜ ਨਹੀਂ। ਮਸਲਾ ਹੈ ਆਪਣੇ ਜੀਵਨ ਨੂੰ ਚੰਗੇ ਬਣਾਉਣ ਦਾ,
गुरु की सिक्ख्या लैण दा ते मन दे भरम दूर करन दा ਇਹੋ ਹੀ ਤਰੀਕਾ ਹੈ। ਗੁਰਬਾਣੀ ਨੂੰ ਪੜ੍ਹਨ ਦਾ ਮਕਸਦ ਹੀ ਇਹੀ ਹੈ। ਤੇ ਜਿਹੜੇ ਪਹਿਲਾਂ ਅਰਦਾਸ ਕਰੋ, ਪਿੱਛੋਂ ਅਰਦਾਸ ਕਰੋ, ਹੁਕਮਨਾਮਾ ਲਓ, ਆਹ ਕਰੋ ਤੇ ਇੱਦਾਂ ਕਰੋ, ਇਸ਼ਨਾਨ ਕਰਕੇ ਆਓ, ਕੱਪੜੇ ਬਦਲ ਕੇ ਆਓ, ਇਹ ਸਾਰਾ ਪੁਜਾਰੀਆਂ ਨੇ ਸਾਨੂੰ ਗੁਰਬਾਣੀ ਤੋਂ ਦੂਰ ਕਰਨ ਦਾ ਇੱਕ ਤਰੀਕਾ ਅਪਣਾਇਆ ਤਾਂ ਕਿ ਆਮ ਲੋਕ ਬਾਣੀ ਨਾ ਪੜ੍ਹ ਜਾਣ। ਜੇ ਆਪਾਂ ਸਾਰੇ ਆਪ ਬਾਣੀ ਪੜ੍ਹਨ ਜੋਗੇ ਹੋ ਗਏ ਤਾਂ ਅਖੰਡ ਪਾਠ ਕੌਣ ਕਰਾਵੇਗਾ ਤੇ ਕੀਰਤਨ ਕੌਣ ਕਰਾਵੇਗਾ, ਕਥਾ ਕੌਣ ਕਰਾਵੇਗਾ, ਕਿਉਂਕਿ ਸਾਰੇ ਕੰਮ ਤਾਂ ਅਸੀਂ ਆਪ ਹੀ ਸਿੱਖ ਲਏ ਨੇ। ਤੋ ਗੁਰੂ ਪਿਆਰ ਵਾਲਿਓ, ਇਹ ਬਹੁਤ ਧਿਆਨ ਦੇਣ ਯੋਗ ਗੱਲਾਂ ਨੇ। ਅਸੀਂ ਆਪ ਸਾਰੇ ਕੰਮ ਕਰਨ ਦੇ ਯੋਗ ਬਣਨਾ। ਕਿਸੇ ਵੀ ਭਰਮ ਤੋਂ ਗੁਰਬਾਣੀ ਨੇ ਸਾਨੂੰ ਮੁਕਤ ਕੀਤਾ ਹੈ। ਭਰਮਾਂ 'ਚ ਨਹੀਂ ਪੈਣਾ, ਗੁਰਬਾਣੀ ਪੜ੍ਹ ਕੇ ਜ਼ਿੰਦਗੀ 'ਚ ਸਮਝ ਕੇ ਲਾਗੂ ਕਰਨ ਦਾ ਉਪਰਾਲਾ ਕਰਨਾ। ਸਵਾਲ ਨੰਬਰ 259 ਭਾਈ ਦਲਜੀਤ ਸਿੰਘ ਹਿਸਾਰ ਹਰਿਆਣਾ ਤੋਂ। ਇਹਨਾਂ ਦਾ ਸਵਾਲ ਹੈ ਕਿ ਗੁਰੂ ਨਾਨਕ ਸਾਹਿਬ ਜੀ ਜਨਮ ਸਮੇਂ ਤੋਂ ਹੀ ਪੜ੍ਹੇ ਹੋਏ ਸਨ। ਸੁਣਦੇ ਆ ਰਹੇ ਹਾਂ ਕਿ ਗੁਰੂ ਜੀ ਤਾਂ ਜਦੋਂ ਸਕੂਲ ਪੜ੍ਹਨ ਵਾਸਤੇ ਗਏ ਤੇ ਪਾਂਡੇ ਨੂੰ ਪੜ੍ਹਾ ਕੇ ਘਰ ਆ ਗਏ। ਇਹਦਾ ਮਤਲਬ ਉਹ ਜਨਮ ਤੋਂ ਹੀ ਸਾਰਾ ਕੁਝ ਜਾਣਦੇ ਸਨ। ਗੁਰੂ ਪਿਆਰ ਵਾਲਿਓ, ਇੱਦਾਂ ਨਹੀਂ ਹੋਇਆ ਕਰਦਾ। ਗੁਰੂ ਨਾਨਕ ਸਾਹਿਬ ਨੇ ਬਕਾਇਦਾ ਪੂਰੀ ਸਟੱਡੀ ਪੜ੍ਹਾਈ ਕੀਤੀ ਹੈ। ਪਾਂਡੇ ਕੋਲੇ, ਮੌਲਵੀ ਕੋਲੇ ਅਤੇ ਹੋਰ ਬਹੁਤ ਥਾਵਾਂ 'ਤੇ ਜਿੱਥੋਂ ਵੀ ਪੜ੍ਹਾਈ ਉਦੋਂ ਮਿਲ ਸਕਦੀ ਸੀ, ਪੜ੍ਹਨ ਦਾ ਮੌਕਾ ਉਹਨਾਂ ਨੂੰ ਪਰਿਵਾਰ ਵੱਲੋਂ ਦਿੱਤਾ ਗਿਆ ਤੇ ਉਹਨਾਂ ਨੇ ਵੱਧ ਤੋਂ ਵੱਧ ਪੜ੍ਹਾਈ ਕੀਤੀ। ਕਦੀ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਆਪ ਪੜ੍ਹ ਕੇ ਸਮਝ ਕੇ ਵੇਖੋ। ਉਹਨਾਂ ਦੀ ਬਾਣੀ ਦੇ ਵਿੱਚ ਭਾਰਤ ਦੀਆਂ ਲਗਭਗ ਬਹੁਤੀਆਂ ਬੋਲੀਆਂ ਦੇ ਸ਼ਬਦ ਮੌਜੂਦ ਨੇ। ਪੰਜਾਬ ਦੇ ਵਿੱਚ ਜਿਹੜੀਆਂ ਬੋਲੀਆਂ ਪ੍ਰਚਲਿਤ ਸਨ, ਜਿਵੇਂ ਮਾਲਵੇ ਦੀ, ਮਾਝੇ ਦੀ, ਦੁਆਬੇ ਦੀ, ਪੋਠੋਹਾਰੀ, ਪੁਆਧੀ ਆਦਿਕ, ਉਹ ਸਾਰੀਆਂ ਬੋਲੀਆਂ ਵੀ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ 'ਚ ਵਰਤੀਆਂ ਹੋਈਆਂ ਨੇ। ਫਿਰ ਗੁਜਰਾਤੀ ਦੀਆਂ ਪੰਕਤੀਆਂ ਸ਼ਬਦ ਹੈਗੇ ਨੇ, ਇਸੇ ਤਰ੍ਹਾਂ ਤਮਿਲ ਦੇ ਸ਼ਬਦ ਹੈਗੇ ਨੇ, ਮਰਾਠੀ ਦੇ ਹੈਗੇ ਨੇ ਤੇ ਹਿੰਦੀ ਦੇ ਤਾਂ ਬਹੁਤ ਸਾਰੇ ਨੇ। ਤੇ ਫਿਰ ਫਾਰਸੀ ਤੇ ਅਰਬੀ ਦੇ ਸ਼ਬਦ ਵੀ ਬਹੁਤ ਗੁਰਬਾਣੀ 'ਚ ਮੌਜੂਦ ਨੇ। ਇਹ ਦੂਜਾ ਧਿਆਨ ਦਿਓ ਅੱਗੇ ਕਿ ਗੁਰੂ ਨਾਨਕ ਸਾਹਿਬ ਨੇ ਕਿੰਨੀਆਂ ਸਾਰੀਆਂ ਧਰਮ ਪੁਸਤਕਾਂ ਦੇ ਆਪਣੀ ਰਚਨਾ ਦੇ ਵਿੱਚ ਗੁਰਬਾਣੀ 'ਚ ਹਵਾਲੇ ਦਿੱਤੇ ਹੋਏ ਨੇ। ਪਸ਼ੂਆਂ ਪੰਛੀਆਂ ਦੇ ਹਵਾਲੇ ਨੇ, ਧਰਤੀ ਦੇ ਉੱਤੇ ਵਰਤ ਰਹੇ ਵਰਤਾਰੇ ਦੇ ਨੇ, ਬੋਲੀਆਂ ਦੇ ਨੇ ਅਤੇ ਮਨੁੱਖਾਂ ਦੀਆਂ ਨਸਲਾਂ ਦੇ ਨੇ, ਜਾਤਾਂ ਪਾਤਾਂ ਦੇ ਨੇ, ਦਰਿਆਵਾਂ ਦੇ ਨੇ, ਰਾਜੇ ਮਹਾਰਾਜਿਆਂ ਦੇ ਨੇ। ਕਿੰਨੇ ਸਾਰੇ ਹਵਾਲੇ ਤਰ੍ਹਾਂ ਤਰ੍ਹਾਂ ਦੇ ਮਿਲਦੇ ਨੇ। ਉਹ ਸਾਰੇ ਪੜ੍ਹੇ ਲਿਖੇ ਤੋਂ ਬਿਨਾਂ ਆਪਣੇ ਆਪ ਨਹੀਂ ਆ ਸਕਦੇ। ਇਹ ਪੁਜਾਰੀਆਂ ਨੇ ਇਹੋ ਜਿਹਾ ਕੁਝ ਪ੍ਰਚਾਰ ਕਰ ਦਿੱਤਾ ਕਿ ਉਹ ਤਾਂ ਜੀ ਪਹਿਲਾਂ ਤੋਂ ਹੀ ਪੜ੍ਹੇ ਲਿਖੇ ਸਨ ਅਤੇ ਉਹ ਤਾਂ ਜਨਮ ਤੋਂ ਹੀ ਸਾਰਾ ਕੁਝ ਜਾਣਦੇ ਸਨ। ਗੁਰੂ ਪਿਆਰ ਵਾਲਿਓ, ਇਹ ਤਾਂ ਬਹੁਤ ਮਹੱਤਵਪੂਰਨ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਦਾ ਦਿਮਾਗ ਸਾਡੇ ਨਾਲੋਂ ਹਜ਼ਾਰਾਂ ਲੱਖਾਂ ਗੁਣਾ ਅੱਗੇ ਸੀ, ਬਹੁਤ ਉੱਚੇ ਦਰਜੇ 'ਤੇ ਸੀ। ਤਾਂ ਹੀ ਉਹਨਾਂ ਨੇ ਇੰਨੀ ਉੱਤਮ ਰਚਨਾ ਗੁਰਬਾਣੀ ਲਿਖੀ। ਤਾਂ ਹੀ ਉਹਨਾਂ ਨੇ ਸਮਾਜ ਦੇ ਭਲੇ ਵਾਸਤੇ ਪ੍ਰਚਾਰ ਦੌਰੇ ਕੀਤੇ, ਲੋਕਾਂ ਨੂੰ ਸਿੱਧੇ ਰਾਹ ਲਿਆਉਣ ਵਾਸਤੇ ਵੱਡੇ ਉਪਰਾਲੇ ਕੀਤੇ। ਜੇ ਉਹਨਾਂ ਕੋਲੇ ਬਹੁਤੀ ਅਕਲ ਸੀ ਤਾਂ ਹੀ ਉਹਨਾਂ ਨੇ ਗੁਰਗੱਦੀ ਦੀ ਪਰੰਪਰਾ ਚਲਾ ਕੇ ਇਸ ਕੂੜ ਕਵਾੜ ਨੂੰ ਸਾਡੇ ਦਿਮਾਗਾਂ 'ਚੋਂ ਕੱਢਣ ਵਾਸਤੇ ਲਗਾਤਾਰ ਮਿਹਨਤ ਕਰਨ ਦੀ ਹਦਾਇਤ ਕੀਤੀ ਆਪਣੇ ਉੱਤਰਾਧਿਕਾਰੀਆਂ ਨੂੰ। ਅਤੇ ਉਹਨਾਂ ਕੋਲੇ ਦਿਮਾਗ ਬਹੁਤ ਸੀ। ਬੜੀਆਂ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਸੁਧਾਰ ਦੀਆਂ ਕਾਰਵਾਈਆਂ ਕੀਤੀਆਂ, ਜਿਹਦੇ ਨਾਲ ਅਸੀਂ ਅੱਜ ਥੋੜ੍ਹਾ ਬਹੁਤ ਜਿਉਣ ਜੋਗੇ ਹੋਏ ਹਾਂ। ਅਤੇ ਉਹ ਜਨਮ ਤੋਂ ਹੀ ਨਹੀਂ ਸਾਰਾ ਕੁਝ ਹੁੰਦਾ, ਉਹ ਸਿੱਖਣਾ ਪੈਂਦਾ। ਪਰ ਪੁਜਾਰੀ ਨੇ ਇਸ ਕਰਕੇ ਕਹਾਣੀਆਂ ਘੜ ਦਿੱਤੀਆਂ ਕਿ ਸਾਨੂੰ ਹੁਣ ਪੜ੍ਹਨਾ ਨਾ ਪਵੇ। ਜੇ ਰੱਬ ਨੇ ਦੇਣਾ ਹੋਇਆ ਤਾਂ ਜਨਮ ਤੋਂ ਹੀ ਸਾਨੂੰ ਆਪੇ ਅਕਲਮੰਦ ਬਣਾ ਦੇਵੇਗਾ। ਉਹਨਾਂ ਜ਼ਮਾਨਿਆਂ 'ਚ ਸਕੂਲ, ਕਾਲਜ, ਯੂਨੀਵਰਸਿਟੀਆਂ ਨਹੀਂ ਹੁੰਦੀਆਂ ਸੀ। ਜਿੰਨੀਆਂ ਕੁ ਥਾਵਾਂ 'ਤੇ ਪੜ੍ਹਾਈ ਲਿਖਾਈ ਹੋ ਸਕਦੀ ਸੀ, ਉਹਨਾਂ ਦੇ ਮਾਤਾ ਪਿਤਾ ਨੇ ਗੁਰੂ ਨਾਨਕ ਸਾਹਿਬ ਨੂੰ ਪੜ੍ਹਨ ਦੇ ਪੂਰੇ ਮੌਕੇ ਦਿੱਤੇ। ਘਰ ਦਾ ਮਾਹੌਲ ਚੰਗਾ ਸੀ, ਉਹਨਾਂ ਨੂੰ ਚੰਗੀ ਵਿੱਦਿਆ ਦੇਣ ਦਾ ਪੂਰਾ ਪ੍ਰਬੰਧ ਕੀਤਾ। ਚੰਗੇ ਮੌਲਵੀ ਜਾਂ ਪੰਡਤ ਹੋ ਸਕਦਾ ਉਹਨਾਂ ਦੇ ਘਰੇ ਵੀ ਆ ਕੇ ਪੜ੍ਹਾ ਜਾਂਦੇ ਹੋਣ ਅਤੇ ਉਹਨਾਂ ਨੂੰ ਸਬਕ ਦੇ ਜਾਂਦੇ ਹੋਣ। ਪਰ ਗੁਰੂ ਨਾਨਕ ਸਾਹਿਬ ਦਾ ਦਿਮਾਗ ਇੰਨਾ ਤੇਜ਼ ਸੀ ਕਿ ਉਹ ਛੇਤੀ ਤੋਂ ਛੇਤੀ ਗੱਲ ਨੂੰ ਸਮਝ ਲੈਂਦੇ ਸਨ ਅਤੇ ਸਵਾਲ ਜਵਾਬ ਪੁਜਾਰੀਆਂ ਨਾਲ, ਸਵਾਲ ਜਵਾਬ ਪਾਂਧਿਆਂ ਨਾਲ, ਮੌਲਵੀਆਂ ਨਾਲ ਅਤੇ ਹੋਰ ਆਮ ਲੋਕਾਂ ਨਾਲ, ਸਾਧਾਂ ਸੰਤਾਂ ਨਾਲ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਦੇ ਸਨ ਤਾਂ ਕਿ ਮਾਨਸਿਕ ਵਿਕਾਸ ਹੁੰਦਾ ਰਹੇ। ਸੋ ਉਹਨਾਂ ਨੂੰ ਵੀ ਪੜ੍ਹਨਾ ਪਿਆ, ਪਰ ਉਹ ਛੇਤੀ ਪੜ੍ਹ ਕੇ ਸਮਝ ਜਾਂਦੇ ਸਨ ਅਤੇ ਉਹਨਾਂ ਦੀ ਅਕਲ ਸਾਡੇ ਨਾਲੋਂ ਬਹੁਤ ਜ਼ਿਆਦਾ ਸੀ। ਸਵਾਲ ਨੰਬਰ 260 ਭਾਈ ਨਿਰਮਲ ਸਿੰਘ, ਹੈੱਡ ਗ੍ਰੰਥੀ, ਗੁਰਦੁਆਰਾ ਸ਼ਹੀਦਗੰਜ, ਅੰਮ੍ਰਿਤਸਰ। ਇਹਨਾਂ ਦਾ ਸਵਾਲ ਹੈ, ਦਰਬਾਰ ਸਾਹਿਬ ਤਰਨ ਤਾਰਨ ਦਾ ਇਤਿਹਾਸ ਲਿਖਿਆ ਹੈ ਕਿ ਗੁਰੂ ਜੀ ਨੇ 1 ਲੱਖ
57,000 रुपए खर्च के ਜ਼ਮੀਨ ਖਰੀਦੀ ਸੀ, ਧਰਮ ਅਸਥਾਨ ਬਣਾਇਆ ਸੀ। ਕੀ ਇਹ ਸੰਭਵ ਹੈ? ਇਤਿਹਾਸ ਗਲਤ ਲਿਖਿਆ ਹੈ। ਗੁਰੂ ਪਿਆਰ ਵਾਲਿਓ, ਬਹੁਤ ਕੁਝ ਗਲਤ ਲਿਖਿਆ ਹੋਇਆ ਹੈ। ਅਤੇ ਬਾਬਾ ਬੁੱਢਾ ਜੀ ਨਾਲ ਸੰਬੰਧਿਤ ਸਾਖੀ ਆਪਾਂ ਸਾਰੇ ਜਾਣਦੇ ਹਾਂ, ਉਹ ਸਾਰੀ ਗਲਤ ਲਿਖੀ ਹੋਈ ਹੈ ਕਿ ਮਾਤਾ ਗੰਗਾ ਜੀ ਨੇ ਉਹਨਾਂ ਤੋਂ ਪੁੱਤਰ ਦੀ ਪ੍ਰਾਪਤੀ ਕੀਤੀ, ਗੰਢਾ ਭੰਨਿਆ, ਆਪਾਂ ਸਾਰੇ ਜਾਣਦੇ ਹਾਂ। ਇਸ ਤਰ੍ਹਾਂ ਬਹੁਤ ਕੁਝ ਗੁਰਦੁਆਰਿਆਂ ਦੇ ਅੱਗੇ ਬੋਰਡਾਂ ਦੇ ਉੱਤੇ ਗਲਤ ਲਿਖਿਆ ਹੋਇਆ ਹੈ, ਕਿਤਾਬਾਂ ਦੇ ਵਿੱਚ ਵੀ ਬਹੁਤ ਕੁਝ ਗਲਤ ਲਿਖਿਆ ਹੋਇਆ ਹੈ, ਅਤੇ ਸਾਡੇ ਲੀਡਰਾਂ ਨੂੰ ਤਾਂ ਇਹ ਗਲਤ ਲਿਖਿਆ ਹੋਇਆ ਨਜ਼ਰ ਹੀ ਨਹੀਂ ਆਇਆ। ਆਪਣੇ ਹੀ ਭੈਣਾਂ ਭਰਾਵਾਂ ਨੂੰ ਇਹ ਕੁਰਾਹੇ ਪਾ ਰਹੇ ਨੇ। ਇੱਥੇ ਧਿਆਨ ਦੇਣਾ, ਸਾਡੇ ਸਿੱਖ ਭਾਈਆਂ ਨੂੰ ਤਾਂ ਬੇਅੰਤ ਗੁਰਦੁਆਰਿਆਂ ਦਾ ਨਾਮ ਵੀ ਵਧੀਆ ਨਹੀਂ ਧਰਨਾ ਆਇਆ। ਗੁਰਦੁਆਰਿਆਂ ਦੇ ਨਾਮ ਅਪਮਾਨਜਨਕ ਧਰੇ ਹੋਏ ਸਾਨੂੰ ਮਿਲ ਸਕਦੇ ਨੇ। ਇੱਥੇ ਮੌੜ ਮੰਡੀ, ਜ਼ਿਲ੍ਹਾ ਬਠਿੰਡਾ, ਪਿੰਡ ਮਾਈਸਰਖਾਨਾ ਦੇ ਨੇੜੇ ਇੱਕ ਗੁਰਦੁਆਰਾ ਬਣਿਆ ਹੋਇਆ, ਗੁਰਦੁਆਰਾ ਤਿੱਤਰਸਰ ਸਾਹਿਬ। ਹੈਰਾਨੀ ਦੀ ਗੱਲ ਨਹੀਂ, ਡੁੱਬ ਮਰਨ ਵਾਲੀ ਗੱਲ ਨਹੀਂ ਹੈ। ਉੱਥੇ ਸਾਧਾਂ ਦਾ ਕਬਜ਼ਾ ਹੈ ਅਤੇ ਗੁਰਦੁਆਰੇ ਦਾ ਨਾਮ ਹੈ ਤਿੱਤਰਸਰ ਸਾਹਿਬ। ਕਹਾਣੀ ਬਣਾ ਕੇ ਲਿਖੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਿੱਤਰ ਦਾ ਸ਼ਿਕਾਰ ਕੀਤਾ ਸੀ, ਅਤੇ ਗੁਰਦੁਆਰੇ ਦਾ ਨਾਮ ਤਿੱਤਰ ਸਾਹਿਬ। ਇੱਥੇ ਹੋਰ ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਦੇ ਨਾਮ ਨੇ ਜਿਨ੍ਹਾਂ ਦੇ ਨਾਲ ਅਪਮਾਨ ਤਾਂ ਸਾਡਾ ਬਹੁਤ ਹੁੰਦਾ ਹੈ, ਪਰ ਇੱਜ਼ਤ ਸਨਮਾਨ ਨਾ ਸਾਡਾ ਨਾ ਗੁਰੂ ਦਾ ਹੁੰਦਾ ਹੈ। ਤੋ ਇਸ ਤਰ੍ਹਾਂ ਇਹ ਜਿਹੜਾ ਇਤਿਹਾਸ ਕਹਿੰਦੇ ਨੇ, ਮੈਂ ਭਾਈ ਕਾਨ੍ਹ ਸਿੰਘ ਨਾਭਾ ਦੀ ਮਹਾਨ ਕੋਸ਼ ਵੇਖੀ, ਉਹਦੇ ਵਿੱਚ ਇਹਦਾ ਕਿਤੇ ਜ਼ਮੀਨ ਖਰੀਦੀ ਦਾ, ਇੰਨੇ ਪੈਸੇ ਖਰਚਣ ਦਾ ਜ਼ਿਕਰ ਤੱਕ ਨਹੀਂ ਹੈ। ਡਾਕਟਰ ਰਤਨ ਸਿੰਘ ਜੱਗੀ ਨੇ ਜੋ ਇਸ ਗੁਰਦੁਆਰੇ ਦਾ ਇਤਿਹਾਸ ਲਿਖਿਆ, ਸਿੱਖ ਪੰਥ ਵਿਸ਼ਵਕੋਸ਼ ਵੱਡੇ ਗ੍ਰੰਥ ਦੇ ਵਿੱਚ, ਉਹਦੇ ਵਿੱਚ ਇਹਦਾ ਇੰਨੇ ਖਰਚੇ ਦਾ ਨਾਮੋ ਨਿਸ਼ਾਨ ਨਹੀਂ ਹੈ। ਇਹ ਬਾਅਦ ਦੇ ਵਿੱਚ ਕਿਸੇ ਨਿਕੰਮੇ ਜੇ ਲਿਖਾਰੀ ਦੀਆਂ ਲਿਖੀਆਂ ਹੋਈਆਂ ਗੱਲਾਂ, ਉਹਨਾਂ ਨੂੰ ਵਧਾ ਚੜ੍ਹਾ ਕੇ ਬੋਰਡਾਂ ਦੇ ਉੱਤੇ ਲਿਖ ਦਿੱਤਾ ਗਿਆ। ਉਹਨਾਂ ਜ਼ਮਾਨਿਆਂ 'ਚ ਪੈਸੇ ਦੀ ਕੀਮਤ ਕਿੰਨੀ ਸੀ ਸਾਨੂੰ ਚੇਤਾ ਹੀ ਭੁੱਲ ਗਿਆ। ਲੱਖਾਂ ਰੁਪਈਆ ਤਾਂ ਉਹਨਾਂ ਜ਼ਮਾਨਿਆਂ 'ਚ ਸ਼ਾਇਦ ਰਾਜੇ ਦੇ ਖਜ਼ਾਨੇ ਦੇ ਵਿੱਚ ਹੀ ਮਸਾਂ ਹੀ ਹੁੰਦਾ ਹੋਵੇਗਾ। ਸੋਨਾ ਚਾਂਦੀ ਨਗਦ ਤਾਂ ਕਈ ਵਾਰੀ ਰਾਜਿਆਂ ਕੋਲੇ ਹੁੰਦਾ ਸੀ, ਅਤੇ ਰੁਪਈਏ ਨਗਦ ਉਹਨਾਂ ਜ਼ਮਾਨਿਆਂ 'ਚ ਤਾਂ ਹੁੰਦੇ ਹੀ ਨਹੀਂ ਸੀ। ਸਗੋਂ ਕੰਮ ਕਰਨ ਵਾਲੇ ਮੁਜਾਰਿਆਂ ਨੂੰ ਜਾਂ ਨੌਕਰਾਂ ਨੂੰ ਅੰਨ ਦਾਣਾ ਦਿੱਤਾ ਲਿਆ ਜਾਂਦਾ ਸੀ, ਉਹਨਾਂ ਨੂੰ ਨਗਦ ਪੈਸਾ ਵੀ ਨਹੀਂ ਸੀ ਦਿੱਤਾ ਜਾਂਦਾ। ਲੱਖਾਂ ਰੁਪਈਆ, ਜਾਣੀ ਕਿ 1,57,000 ਰੁਪਈਆ ਉਹਨਾਂ ਜ਼ਮਾਨਿਆਂ 'ਚ ਕਿਸੇ ਕੋਲੇ ਹੋਣਾ ਨਾਮੁਮਕਿਨ ਸੀ, ਹੋ ਹੀ ਨਹੀਂ ਸਕਦਾ। ਸੋ ਇਹਨਾਂ ਕਹਾਣੀਆਂ ਦੇ ਵਿੱਚ ਬਹੁਤ ਕੁਝ ਝੂਠ ਲਿਖਿਆ ਹੋਇਆ। ਅਤੇ ਸਾਡੇ ਮੁਖੀਆਂ ਨੂੰ, ਜਿਹੜੇ ਗੁਰਦੁਆਰਿਆਂ ਦੇ ਮੁੱਖ ਪ੍ਰਬੰਧਕ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਸੀ, ਪਰ ਉਹ ਉੱਕਾ ਹੀ ਅਵੇਸਲੇ ਹੋ ਚੁੱਕੇ ਨੇ। ਸਿੱਖ ਪੰਥ ਕੁਰਾਹੇ ਪੈ ਚੁੱਕਿਆ ਹੋਇਆ ਅਤੇ ਉਹਨਾਂ ਨੂੰ ਕੋਈ ਫਿਕਰ ਨਹੀਂ, ਗਫਲਤ ਦੀ ਨੀਂਦ ਵਿੱਚ ਸੁੱਤੇ ਹੋਏ ਨੇ। ਆਪਾਂ ਆਪ ਸਾਵਧਾਨ ਹੋਣਾ ਕਿ ਅਸੀਂ ਕੀ ਕਰਨਾ ਅਤੇ ਕੀ ਨਹੀਂ ਕਰਨਾ, ਕਿਹੜੀ ਗੱਲ ਠੀਕ ਹੈ, ਕਿਹੜੀ ਗਲਤ ਹੈ, ਇਹਨਾਂ ਨੂੰ ਪਛਾਣਨ ਦੀ ਯੋਗਤਾ ਸਾਡੇ ਅੰਦਰ ਹੋਣੀ ਚਾਹੀਦੀ ਹੈ। ਤੋ ਜਿਹੜਾ ਸਵਾਲ ਜਵਾਬ ਦਾ ਭਾਗ ਨੰਬਰ 25 ਇਹ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਬਹੁਤ ਦਿਲਚਸਪੀ ਨਾਲ ਇਹ ਸਾਰੇ ਪ੍ਰੋਗਰਾਮ ਸੁਣ ਦੇਖ ਰਹੇ ਹੋ। ਤਤ ਗੁਰਮਤਿ ਗਿਆਨ ਵੱਲੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਦਾਸ ਇਹਦੇ ਵਿੱਚ ਜਿੰਨਾ ਬਣਦਾ ਸਰਦਾ ਯੋਗਦਾਨ ਹੈ ਉਹ ਪਾ ਰਿਹਾ। ਅਤੇ ਜੇ ਕੋਈ ਫਿਰ ਵੀ ਹੋਰ ਸਵਾਲ ਪੁੱਛਣਾ ਚਾਹੇ, ਜਾਂ ਕਈ ਵਾਰੀ ਕ੍ਰਾਸ ਕੁਐਸਚਨ ਵੀ ਹੁੰਦੇ ਨੇ ਜਿਹੜੇ ਕਿ ਬਾਕੀਆਂ ਨੂੰ ਵੀ ਕੰਮ ਆ ਸਕਣ, ਸੁਧਾਰ ਕਰ ਸਕਣ, ਇਹੋ ਜਿਹੇ ਸਵਾਲ ਵੀ ਤੁਸੀਂ ਕਰ ਸਕਦੇ ਹੋ। ਅਤੇ ਇਹ ਜਿਹੜੇ ਸਵਾਲ ਜਵਾਬ ਦਾ ਮਕਸਦ ਹੈ ਕਿ ਅਸੀਂ ਗੁਰਦੁਆਰਿਆਂ 'ਚੋਂ ਸਵਾਲ ਜਵਾਬ ਦਾ ਕੋਈ ਪ੍ਰੋਗਰਾਮ ਨਾ ਹੋਣ ਕਰਕੇ ਤਾਂ ਰੱਖਿਆ, ਤਾਂ ਕਿ ਸਾਡਾ ਮਾਨਸਿਕ ਵਿਕਾਸ ਹੋ ਸਕੇ, ਸਾਨੂੰ ਸਾਡੇ ਇਤਿਹਾਸ ਦੀ, ਮਰਿਆਦਾਵਾਂ ਦੀ, ਗੁਰਬਾਣੀ ਦੀ, ਫਿਲਾਸਫੀ ਦੀ ਕੁਝ ਨਾ ਕੁਝ ਸਮਝ ਆ ਸਕੇ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਨੌਜਵਾਨੋ, ਗੁਰਸਿੱਖੋ, ਵੀਰੋ ਭੈਣੋ, ਤਤ ਗੁਰਮਤਿ ਗਿਆਨ TV ਵੱਲੋਂ ਜੋ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਤੁਸੀਂ ਆਪਣੇ ਸਵਾਲ ਲਿਖ ਕੇ ਜਾਂ ਬੋਲ ਕੇ WhatsApp ਨੰਬਰ 'ਤੇ ਭੇਜ ਸਕਦੇ ਹੋ, ਅਤੇ ਉਹ ਨੰਬਰ ਟਾਈਪ ਕਰਕੇ ਇੱਥੇ ਦਿੱਤਾ ਜਾ ਰਿਹਾ ਹੈ। ਤੁਸੀਂ ਪੜ੍ਹ ਕੇ ਉਸ ਨੰਬਰ 'ਤੇ ਸੰਖੇਪ ਸਵਾਲ ਭੇਜਣੇ ਨੇ, ਚਾਹੇ ਬੋਲ ਕੇ ਚਾਹੇ ਲਿਖ ਕੇ, ਅਤੇ ਉਹਨਾਂ ਦੇ ਜਵਾਬ ਸਮੇਂ-ਸਮੇਂ ਅਨੁਸਾਰ ਤੁਹਾਨੂੰ ਦਿੱਤੇ ਜਾਇਆ ਕਰਨਗੇ। ਅਤੇ ਜੇ ਤੁਹਾਨੂੰ ਇਹ ਸੱਚਮੁੱਚ ਚੈਨਲ ਚੰਗਾ ਲੱਗੇ ਤਾਂ ਇਹਨੂੰ ਹੋਰਨਾਂ ਤੱਕ ਵੀ ਸ਼ੇਅਰ ਕਰਿਆ ਕਰੋ, ਪਹੁੰਚਾਇਆ ਕਰੋ, ਤਾਂ ਕਿ ਜਿਹੜੇ ਸ਼ੰਕੇ ਨੇ ਮਨਾਂ ਦੇ ਵਿੱਚ ਉਹਨਾਂ ਨੂੰ ਸੌਖੇ ਤਰੀਕੇ ਨਾਲ ਦੂਰ ਕੀਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ